ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੇ ਧਿਆਵੋ ਜੀ, ਹਿਰਦੇ ਧਿਆਵੋ। ਸ਼੍ਰੀ ਗੁਰ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਜੀ, ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਜੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਇ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਲਾਉਪੁਰ ਕੀ ਸੰਗਤ ਸਕਲ, ਸਿਆਣੇ ਸਿੱਖ ਮਹਾਨ। ਭਏ ਇਕੱਤਰ ਪਵਿੱਤਰ ਹੋਵੈ, ਲੀਨ ਉਪਾਇਨ ਪਾਨ। ਲਵਪੁਰ ਕੀ ਸੰਗਤ ਸਕਲ, ਸਿਆਣੇ ਸਿੱਖ ਮਹਾਨ। ਭਏ ਲੀਨ ਉਪਾਇਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਦਇਆ ਨਿਧ ਕਿਰਪਾ ਦੇ ਖਜ਼ਾਨੇ। ਹਾਜ਼ਰਾ ਹਜੂਰ ਜਹਰਾ ਜਹੂਰ, ਜਗ ਦਾਤੇ ਗੁਰੂ ਗਰੀਬ ਨਵਾਜ। ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀਆਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਵਡਭਾਗੀ ਹਰ ਸੰਗਤ ਪਾਵਹਿ, ਸਤਿਗੁਰਾਂ ਨੇ ਬੜੀ ਦਇਆ ਕੀਤੀ ਹੈ। ਜੋ ਸੰਧਿਆ ਦੇ ਸਜ ਰਹੇ ਦੀਵਾਨ ਅੰਦਰ ਹਜ਼ੂਰ ਦੇ ਖੁੱਲ੍ਹੇ ਦਰਸ਼ਨ ਦੀਦਾਰ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਦਰ ਘਰ ਦੀ ਸੋਭਾ ਵਡਿਆਈ, ਸ਼ਰਵਣ ਕਰਨ ਦੀ ਬਖਸ਼ਿਸ਼
ਪਾਤਸ਼ਾਹ ਵੱਲੋਂ ਹੋ ਰਹੀ ਹੈ। ਜਥਾ ਪ੍ਰਸੰਗ ਕੱਲ ਦੀ ਬਾਣ ਵਿੱਚ ਆਪ ਜੀਆਂ ਸ਼ਰਵਣ ਕੀਤਾ ਹੈ। ਆਜਾਨ ਬਾਹੋ ਬੰਦੀ ਛੋੜ ਜਗ ਦਾਤੇ, ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਬਾਦਸ਼ਾਹ ਜਹਾਂਗੀਰ ਔਰ ਉਸ ਦੇ ਵਜ਼ੀਰ ਖਾਂ ਕਿੰਚ ਬੇਗਾਦ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਪਹੁੰਚੇ ਹੈ। ਲਾਹੌਰ ਦੇ ਪਾਵਨ ਸਥਾਨ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਜਨਮ ਸਥਾਨ ਲਾਹੌਰ ਚੂਨਾ ਮੰਡੀ ਵਿਖੇ ਜੋ ਸਥਿਤ ਹੈ, ਉਸ ਦੇ ਖੁੱਲ੍ਹੇ ਦਰਸ਼ਨ ਦੀਦਾਰ ਕੀਤੇ ਹਨ। ਇਸ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੁਆਰਾ ਸਥਾਪਿਤ ਕੀਤੀ ਧਰਮਸ਼ਾਲਾ ਦੇ ਦਰਸ਼ਨ ਕੀਤੇ। ਸਭ ਜਗ੍ਹਾ ਪਹੁੰਚ ਕੇ ਪੰਚਮ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਵਾਈਆਂ। ਅਰਦਾਸ ਬੇਨਤੀ ਕਰਦੇ ਕਰਵਾਉਂਦੇ ਹਜ਼ੂਰ ਦੇ ਪਵਿੱਤਰ ਸਥਾਨ ਦੇ ਦਰਸ਼ਨ ਦੀਦਾਰ ਕੀਤੇ ਹੈ। ਇਸ ਤੋਂ ਬਾਅਦ ਪਾਤਸ਼ਾਹ ਮਹਾਰਾਜ ਜੀਆਂ ਭਾਈ ਲੰਗਾ ਵਰਗੇ ਗੁਰਮੁਖਾਂ ਨੂੰ ਆਖਿਆ ਹੈ, ਜਿੱਥੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਸਾਡੇ ਪਿਤਾ ਸਤਿਗੁਰੂ ਸ਼ਹੀਦ ਕੀਤੇ ਗਏ, ਜਿੱਥੇ ਹਜ਼ੂਰ ਨੇ ਪਵਿੱਤਰ ਸਰੀਰ ਤਿਆਗਿਆ ਹੈ ਸੀ, ਉਸ ਸਥਾਨ ਦੇ ਸਾਨੂੰ ਦਰਸ਼ਨ ਕਰਵਾਓ। ਭਾਈ ਲੰਗਾ ਜੀ ਭਾਈ ਜੇਠਾ ਵਰਗੇ ਗੁਰਮੁਖ ਪਿਆਰੇ ਅੱਗੇ ਤੁਰ ਪਏ ਹੈ। ਹਰ ਤੁਰਦੇ ਹੋਏ ਰਾਵੀ ਦੇ ਕੰਢੇ ਜਾ ਪਹੁੰਚੇ, ਜਿਸ ਸਥਾਨ 'ਤੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਇਸ ਸਰੀਰ ਨੂੰ ਤਿਆਗ ਕਰਕੇ ਸੱਚਖੰਡ ਵਿਖੇ ਜਾ ਬਿਰਾਜੇ। ਭਾਈ ਜੇਠਾ ਜੀ ਨੇ ਫਿਰ ਮਹਾਰਾਜ ਨੂੰ ਦੱਸਿਆ, ਪਾਤਸ਼ਾਹ ਹੱਥ ਕਰਕੇ ਆ ਉਹ ਪਾਵਨ ਸਥਾਨ ਹੈ ਜਿੱਥੇ ਗੁਰੂ ਸਾਹਿਬ ਜੀ ਸ਼ਹੀਦ ਹੋਏ ਹੈ। ਤੋ ਸਾਰੀ ਵਿਥਿਆ ਸੁਣਾਈ, ਕਿਵੇਂ ਮਹਾਰਾਜ ਨੇ ਇੱਥੇ ਇਸ਼ਨਾਨ ਕਰਨ ਦੀ ਇੱਛਾ ਜ਼ਾਹਰ ਕੀਤੀ। ਚੰਦੂ ਦੀ ਹਵੇਲੀ ਦੇ ਛੋਟੇ ਦਰਵਾਜ਼ੇ 'ਚੋਂ ਨਿਕਲੇ ਔਰ ਇਸ ਸਥਾਨ 'ਤੇ ਪਹੁੰਚ ਕੇ ਮਹਾਰਾਜ ਨੇ ਇਸ਼ਨਾਨ ਪਾਣੀ ਕੀਤਾ। ਚੌਂਕੜਾ ਲਾ ਇੱਕ ਜਪਜੀ ਸਾਹਿਬ ਜੀ ਕਾ ਜਾਪ ਕੀਤਾ। ਬਾਣੀ ਪੜ੍ਹਨ ਉਪਰੰਤ ਸਿੱਖਾਂ ਨੂੰ ਤੁਹਾਡੇ ਪ੍ਰਥਾਏ ਉਪਦੇਸ਼ ਦਿੱਤਾ ਸੀ ਵੀ ਮਾਲਾ ਦੇ ਨਾਲ ਨਾਲ ਸ਼ਾਸਤਰ ਪਹਿਨ ਕੇ ਸਜਣ, ਔਰ ਉਹ ਸਾਰੀ ਬਾਤ ਆਪ ਦੀ ਚੰਗੀ ਤਰ੍ਹਾਂ ਜਾਣਦੇ ਹੋ। ਫਿਰ ਮਹਾਰਾਜ ਇੱਥੋਂ ਹੀ ਸੱਚਖੰਡ ਪਿਆਨਾ ਕੀਤਾ। ਲਾਹੌਰ ਦੀ ਬੜੀ ਸੰਗਤ ਹਜ਼ੂਰ ਦੇ ਅੰਤਮ ਦਰਸ਼ਨ ਕਰਨ ਵਾਸਤੇ ਪਹੁੰਚੀ। ਚੰਦਨ ਦੀ ਚਿਖਾ ਦੇ ਵਿੱਚ ਸੱਚੇ ਪਾਤਸ਼ਾਹ ਜੀ ਦਾ ਅੰਤਮ ਸੰਸਕਾਰ ਹੋਇਆ ਹੈ। ਇਸ ਤਰ੍ਹਾਂ ਮਹਾਰਾਜ ਨੂੰ ਭਾਈ ਜੇਠਾ ਜੀ ਦੁਆਰਾ ਸਾਰੀ ਵਿਥਿਆ ਸੁਣਾਈ ਗਈ, ਔਰ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀਆਂ ਬੜੇ ਨਿਮਰਤਾ ਸਹਿਤ ਧਰਤੀ 'ਤੇ ਮੱਥਾ ਟੇਕਿਆ। ਉਸ ਸਥਾਨ ਨੂੰ ਸਿਜਦਾ ਕੀਤਾ ਜਿੱਥੋਂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਅੰਦਰ ਕੋਈ ਰਲਗੱਡ ਨਾ ਕਰਨ, ਇਹਨੂੰ ਰੋਕਣ ਵਾਸਤੇ, ਜ਼ੁਲਮ ਨੂੰ ਠੱਲ ਪਾਉਣ ਵਾਸਤੇ ਸ਼ਹਾਦਤ ਦਿੱਤੀ ਹੈ। ਭਾਈ ਲੰਗਾ ਜੀ ਨੂੰ ਮਹਾਰਾਜ ਦਾ ਹੁਕਮ ਹੋਇਆ ਹੈ ਕਿ ਆਪ ਗੁਰੂ ਸਾਹਿਬ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਦੇ ਬੜੇ ਪਿਆਰੇ ਸਿੱਖ ਹੋ ਅਤੇ ਇਸ ਸਥਾਨ ਦੀ ਸੇਵਾ ਭਾਈ ਲੰਗਾ ਜੀ ਆਪ ਸੰਭੋ। ਇੱਥੋਂ ਦਾ ਪੁਜਾਰੀ ਥਾਪੇ ਗਏ ਭਾਈ ਲੰਗਾ ਜੀ। ਜਿੰਨਾ ਸਮਾਂ ਉਮਰ ਰਹੀ ਭਾਈ ਲੰਗਾ ਵਰਗੇ ਗੁਰਮੁਖ ਪਿਆਰੇ ਇਸੇ ਹੀ ਸਥਾਨ 'ਤੇ ਸੇਵਾ ਕਰਦੇ ਰਹੇ ਹੈ। ਤੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਹ ਪ੍ਰਸੰਗ ਆਪਾਂ ਸਾਰਾ ਸਰਵਣ ਕੀਤਾ। ਜਿਵੇਂ ਅੱਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ ਭਾਈ ਜੇਠਾ ਜੀ ਨੇ ਆਗਿਆ ਲਈ ਕਿ ਮਹਾਰਾਜ ਕਿਉਂ ਨਾ ਚੰਦੂ ਦੇ ਦਰਸ਼ਨ ਲਾਹੌਰ ਦੀ ਸੰਗਤ ਨੂੰ ਵੀ ਜਰਾ ਕਰਵਾ ਦਈਏ। ਅਤੇ ਚੰਦੂ ਦੀ ਮੌਤ ਹੋਣੀ, ਜਿਵੇਂ ਤੜਫ ਕੇ ਕੀੜੇ ਪੈ ਕੇ ਮਰਿਆ ਪਾਪੀ, ਉਹ ਪ੍ਰਸੰਗ ਜਾ ਰਿਹਾ ਹੈ। ਚਿੱਤ ਬਿਰਤੀ ਇਕਾਗਰ ਕਰੀਏ ਜੀ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਹਜ਼ੂਰ ਦਾ ਧਿਆਨ ਧਾਰਦੇ ਹੋਏ ਰਸਨਾ ਕਰੋ ਪਵਿੱਤਰ। ਆਖਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਲਓ ਪੁਰ ਕੀ ਸੰਗਤ ਸਕਲ। ਤੋ ਕਵੀ ਜੀ ਅੱਗੇ ਦੱਸਦੇ ਆ ਤਥਾ ਭਾਈ ਸਾਹਿਬ ਭਾਈ ਰਾਮ ਕੌਰ ਸਾਹਿਬ ਜੀ ਸਿੰਘਾਂ ਨੂੰ ਇਤਿਹਾਸ ਸੁਣਾਉਂਦੇ ਕਹਿੰਦੇ, ਸੁਣੋ ਭਾਈ,
ਲਾਹੌਰ ਦੀ ਜਿੰਨੀ ਸਾਰੀ ਸੰਗਤ ਹੈ, ਸਿਆਣੇ ਸਿੱਖ ਮਹਾਨ, ਜਿਨ੍ਹਾਂ ਵਿੱਚ ਬੜੇ ਮਹਾਨ ਤੋਂ ਮਹਾਨ ਸਿਆਣੇ ਗੁਰਮੁਖ ਪਿਆਰੇ ਰਹਿੰਦੇ ਹਨ, ਭਏ ਇਕੱਤਰ ਪਵਿੱਤਰ ਹਵੈ। ਉਹ ਸਾਰੇ ਸਿੱਖ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਆਉਣ ਦੀ ਖੁਸ਼ੀ ਵਿੱਚ ਅੰਮ੍ਰਿਤ ਵੇਲੇ ਉੱਠੇ, ਸਾਰੇ ਇਕੱਠੇ ਹੋ ਕਰ ਜਾਂ ਇਸ਼ਨਾਨ ਪਾਣ ਕਰਕੇ ਸਾਰੇ ਇਕੱਠੇ ਹੋ ਗਏ ਹਨ ਲੀਨ ਉਪਾਇਨ ਪਾਨ, ਵੀ ਚੱਲੀਏ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰੀਏ। ਹਜ਼ੂਰ ਦੇ ਦਰਸ਼ਨ ਲੈਣ ਵਾਸਤੇ ਹੱਥਾਂ ਵਿੱਚ ਦਰਸ਼ਨੀ ਭੇਟਾਵਾਂ, ਕਿਸੇ ਨੇ ਵਸਤਰ, ਕਿਸੇ ਨੇ ਮਾਇਆ, ਕਿਸੇ ਨੇ ਹੋਰ ਰਸਤਾਂ ਬਸਤਾਂ ਪਕੜ ਲਈਆਂ ਹਨ। ਚੌਪਈ ਕਿਨਹੂ ਪੰਚਾਮ੍ਰਿਤ ਕਰਵਾਇਓ, ਕਈਆਂ ਗੁਰਮੁਖਾਂ ਨੇ ਘਰਾਂ ਵਿੱਚ ਪੰਚਮ ਕੜਾ ਪ੍ਰਸ਼ਾਦੀ ਦੇਗ ਤਿਆਰ ਕਰਵਾ ਹੱਥਾਂ ਵਿੱਚ ਪਕੜੀ ਹੈ। ਬਸਤਰ ਵਿਭੂਖਨ ਕੋ ਸਿੱਖ ਲਿਆਇਓ, ਕਈ ਸੀਸ ਤੇ ਦੇਗ ਚੁੱਕੀ ਲਿਆਉਂਦੇ ਐ, ਕਈ ਮਹਾਰਾਜ ਵਾਸਤੇ ਸੁੰਦਰ ਗਹਿਣੇ, ਮੋਹਰਾਂ, ਸੋਨਾ, ਚਾਂਦੀ, ਹੋਰ ਬੜੇ ਤਰ੍ਹਾਂ ਦੇ ਬਸਤਰ ਲੈ ਕੇ ਆ ਰਹੇ ਐ। ਮਿਲ ਸਗਰੇ ਸਤਿਗੁਰ ਟਿਗ ਆਏ, ਤੇ ਸਾਰੀ ਲਾਹੌਰ ਦੀ ਸਿੱਖ ਸੰਗਤ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ ਪਾਤਸ਼ਾਹ ਦੇ ਕੋਲ ਆਣ ਪਹੁੰਚੀ ਐ। ਤਰਹਿ ਅਕੋਰਨ ਸੀਸ ਨਿਵਾਏ, ਸਤਿਗੁਰਾਂ ਦੇ ਚਰਨਾਂ ਤੇ ਦਰਸ਼ਨੀ ਭੇਟਾਵਾਂ ਰੱਖ ਰੱਖ ਕੇ ਗੁਰੂ ਕੀ ਸੰਗਤ ਮਹਾਰਾਜ ਦੇ ਅੱਗੇ ਸ਼ੀਸ਼ ਨਵਾ ਰਹੀ ਵੈ। ਬੈਠ ਗਏ ਦਰਸ਼ਨ ਕੋ ਕਰਹੀ, ਤੇ ਮਹਾਰਾਜ ਦੇ ਦਰਸ਼ਨ ਦੀਦਾਰ ਕਰਕੇ ਸੰਗਤਾਂ ਸੰਗਤ ਵਿੱਚ ਸੱਜ ਕੇ ਬਹਿ ਗਈਆਂ, ਹਜ਼ੂਰ ਦੇ ਸੁੰਦਰ ਦਰਸ਼ਨ ਦੀਦਾਰ ਕਰ ਰਹੀਆਂ ਹਨ। ਸੁੰਦਰ ਰੂਪ ਹੇਰ ਮੁਦ ਤਰਹੀ, ਮਹਾਰਾਜ ਦਾ ਹੁਣ ਸਰੂਪ ਬਹੁਤ ਸੁੰਦਰ ਹੈ ਖਾਲਸਾ ਜੀ। ਜੋ ਜੋ ਵੇਖਦਾ ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ। ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਕੇ ਸਿੱਖ ਸੰਗਤਾਂ ਬੜੇ ਆਨੰਦ ਸਹਿਤ ਹੋ ਰਹੀਆਂ ਹਨ। ਤਿਨ ਮੋਹ ਜੇਤਕ ਥੇ ਸਿੱਖ ਸਿਆਣੇ, ਉਹ ਇਹਨਾਂ ਦੇ ਵਿੱਚ ਜਿਹੜੇ ਕੋ ਚੰਗੇ ਸਿਆਣੇ ਹੋਏ ਸਿੱਖ ਸੀ ਨਾ, ਕੋ ਸਿਮਰਨ ਪ੍ਰੇਮਾ ਭਗਤੀ ਵਾਲੇ, ਕਰ ਕੋ ਜੋਰਤ ਬਾਕ ਬਖਾਨੇ, ਉਹਨਾਂ ਮੋਹਰੀ ਗੁਰਮੁਖ ਪਿਆਰੇ ਮਸੰਦਾਂ ਸਿੱਖਾਂ ਨੇ ਸਤਿਗੁਰਾਂ ਦੇ ਚਰਨੀ ਹੱਥ ਜੋੜ ਕੇ ਬੇਨਤੀ ਕੀਤੀ ਹੈ। ਰਾਵਰ ਨੇ ਗੁਰ ਦਰੋਹੀ ਗਹਿਓ, ਆਖਿਆ ਹੈ ਵੀ ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਤੁਸੀਂ ਪਾਪੀ ਚੰਦੂ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਦਾ ਦੋਖੀ ਸੀ, ਇਸ ਪਾਪੀ ਨੂੰ ਪਕੜ ਲੈਣਾ ਕੀਤਾ ਹੈ। ਸੰਗਤ ਸੁਨ ਆਨੰਦ ਬਹੁ ਲਹਿਓ, ਜਦੋਂ ਲਾਹੌਰ ਦੀ ਸੰਗਤ ਨੂੰ ਪਤਾ ਲੱਗਿਆ ਨਾ ਵੀ ਤੁਸੀਂ ਚੰਦੂ ਪਾਪੀ ਨੂੰ ਪਕੜ ਲਿਆ, ਮਹਾਰਾਜ ਸੱਚ ਪੁੱਛੋ ਤਾਂ ਸਾਡੀ ਖੁਸ਼ੀ ਦੀ ਹੱਦ ਨਹੀਂ ਰਹੀ। ਲਾਹੌਰ ਦੀਆਂ ਸੰਗਤਾਂ ਗਦ-ਗਦ ਹੋ ਉੱਠੀਆਂ ਸਨ। ਨਹਿ ਜੀਵਤ ਕੋ ਛੋਰਨ ਕੀਜੈ, ਤੇ ਸਾਡੀ ਹੁਣ ਇਹ ਬੇਨਤੀ, ਮਹਾਰਾਜ ਅਸੀਂ ਵੇਖਿਆ ਇਹਨੇ ਗੁਰੂ ਸਾਹਿਬ ਨਾਲ ਕੀ ਕੀਤਾ, ਤੇ ਪਾਤਸ਼ਾਹ ਜੀ ਇਹ ਪਾਪੀ ਚੰਦੂ ਨੂੰ ਹੁਣ ਤੁਸਾਂ ਜਿਉਂਦਾ ਨਾ ਛੱਡਣਾ ਜੀ। ਤੀਰਖ ਅਪਰਾਧੀ ਲਖ ਲੀਜੈ, ਜਾਣੋ ਮਹਾਰਾਜ ਇਹ ਬੜਾ ਵੱਡਾ ਦੋਖੀ ਹੈ, ਪਾਪੀ ਹੈ, ਚੰਦੂ ਵਰਗਾ ਪਾਪੀ ਸੰਸਾਰ ਤੇ ਹੋਰ ਕੋਈ ਨਹੀਂ। ਜਥਾ ਸ਼ਕਤ ਹਮ ਜਤਨ ਕਰੇ ਤਬ, ਜਦੋਂ ਇਹਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਹਵੇਲੀ ਵਿੱਚ ਰੱਖ ਕੇ ਆਪਣੇ ਘਰ ਵਿੱਚ ਤੇ ਤਸੀਹੇ ਦਿੰਦਾ ਸੀ ਨਾ, ਸਾਨੂੰ ਪਤਾ ਲੱਗ ਗਿਆ ਸੀ। ਅਸੀਂ ਮਹਾਰਾਜ ਬੜੇ ਯਤਨ ਕਰਦੇ ਰਹੇ ਸੀ ਵੀ ਕਿਸੇ ਤਰ੍ਹਾਂ ਗੁਰੂ ਸਾਹਿਬ ਤੱਕ ਪਹੁੰਚ ਜਾਈਏ। ਏਕ ਨਾ ਚਲਨ ਦੀਨ ਬਿਰਥੇ ਸਭ, ਤੇ ਇਹਨੇ ਫੌਜ ਲਾਈ ਹੋਈ ਸੀ ਤੇ ਪਾਪੀ ਨੇ ਇੱਕ ਵੀ ਸਾਡਾ ਯਤਨ ਨਹੀਂ ਚੱਲਣ ਦਿੱਤਾ। ਡਾਂਗਾਂ ਸੋਟੇ ਮਾਰ-ਮਾਰ ਸਿੱਖਾਂ ਨੂੰ ਕੁੱਟ-ਕੁੱਟ ਕੇ ਭਜਾ ਦਿੰਦਾ ਸੀ। ਦੁਆਰ ਕਿਵਾਰ ਅਸੰਜਤ ਕਰੇ, ਬਾਕੀ ਹਵੇਲੀ ਦੀਆਂ ਉੱਚੀਆਂ ਕੰਧਾਂ ਤੇ ਜਿਹੜੇ ਦਰਵਾਜ਼ੇ ਸੀ ਇਹ ਚੰਦੂ ਨੇ ਬੰਦ ਕਰਵਾ ਦਿੱਤੇ ਸੀ। ਗੁਰ ਨਹਿ ਪਿਖਨ ਦੀਏ ਪਰ ਹਰੇ, ਅਸੀਂ ਬੜੇ ਦਿਨ ਦਰਵਾਜ਼ਿਆਂ 'ਚ ਖੜੇ ਰਹੇ ਮਹਾਰਾਜ, ਪਰ ਇਹ ਪਾਪੀ ਚੰਦੂ ਨੇ ਸਾਨੂੰ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਨਹੀਂ ਕਰਨ ਦਿੱਤੇ ਸਨ। ਜੁਗ ਲੋਕਨ ਇਸ ਨਰਕ ਪੁਗਾਵੋ, ਇਸ ਲਈ ਮਹਾਰਾਜ ਇਹਨੂੰ ਜਿਉਂਦਾ ਨਾ ਛੱਡੋ, ਤੇ ਦੋਵਾਂ ਲੋਕਾਂ ਵਿੱਚ ਮਹਾਰਾਜ ਇੱਥੇ ਵੀ ਇਹਨੂੰ ਨਰਕ ਦਾ ਰੰਗ ਵਿਖਾਓ, ਤੇ ਮਾਰ ਕੇ ਜਦੋਂ ਮਾਰਿਆ ਨਾ ਤੇ ਗਾਂ ਵੀ ਨਰਕਾਂ ਵਿੱਚ ਸੁੱਟ ਦੇਣਾ ਜੀ। ਦੇ ਸਜਾਏ ਇਸ ਪ੍ਰਾਨ ਬਿਤਾਵੋ, ਮਹਾਰਾਜ ਤੁਸੀਂ ਇਹਨੂੰ ਸਜ਼ਾ ਦਿਓ ਤੇ ਇਹਦਾ ਕੰਮ ਤਮਾਮ ਹੋਵੇ, ਇਹੋ ਜਿਹੀ ਸਜ਼ਾ ਦਿਓ ਵੀ ਜਿਸ ਨਾਲ ਔਖਾ ਹੋ ਕੇ ਮਰ ਕੇ ਨਰਕਾਂ ਨੂੰ ਜਾਵੇ। ਸੁਨ ਸ੍ਰੀ ਮੁਖ ਤੇ ਤਬ ਫਰਮਾਇਓ, ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤਾਂ ਲਾਹੌਰ ਵਾਸੀਆਂ ਨੂੰ ਸੰਬੋਧਨ ਹੋ ਬੋਲੇ ਆ, ਜਿਮ ਇਨ ਕੀਨ ਤਥਾ ਫਲ ਪਾਇਓ। ਮਹਾਰਾਜ ਕਹਿੰਦੇ ਜੀ ਗੁਰੂ ਪਿਆਰੀ ਸਾਧ ਸੰਗਤ, ਜਿਵੇਂ ਇਹਨੇ ਕੀਤਾ ਹੈ ਨਾ ਚੰਦੂ ਪਾਪੀ ਨੇ ਜਿੱਡਾ ਵੱਡਾ ਪਾਪ ਕੀਤਾ ਹੈ, ਸਜ਼ਾ ਵੀ ਓਡੀ ਵੱਡੀ ਮਿਲ ਰਹੀ ਹੈ ਤੇ ਅੱਗੇ ਮਿਲੇਗੀ। ਬੜ ਕਸ਼ਟਨ ਕੋ ਇਹ ਅਧਿਕਾਰੀ, ਸਾਨੂੰ ਪਤਾ ਹੈ ਇਹਨੇ ਵੱਡਾ ਪਾਪ ਕੀਤਾ ਹੈ ਤੇ ਵੱਡੇ ਪਾਪਾਂ ਦੇ ਕਰਕੇ ਇਹ ਵੱਡੀ ਸਜ਼ਾ ਦਾ ਹੱਕਦਾਰ ਹੈ। ਅਪਦਾ ਭੁਗਤ ਹੈ ਕੈ ਨਾ ਉਬਾਰੀ, ਇਹ ਹੁਣ ਦੁਖੀ ਹੋ ਕੇ ਮਰੇਗਾ।
ਤੇ ਇਹਦੇ ਤੇ ਮੁਸੀਬਤ ਪਈ ਹੋਈ ਹੈ। ਇਸ ਮੁਸੀਬਤ ਵਿੱਚੋਂ ਅਸੀਂ ਤਾਂ ਕੀ ਕਿਸੇ ਨੇ ਵੀ ਇਸ ਨੂੰ ਕੱਢਣਾ ਨਹੀਂ ਹੈ। ਅਬ ਜੀਵਤ ਛੁਟਿਬੋ ਕਿਮ ਹੋਏ। ਹੁਣ ਇਹਦਾ ਜਿਉਂਦਾ ਬਚਣਾ ਮੁਸ਼ਕਲ ਹੈ। ਸੰਗਤ ਜੀ, ਇਹ ਜਿਉਂਦਾ ਨਹੀਂ ਛੱਡਾਂਗੇ, ਮਾਰ ਮੁਕਾਵਾਂਗੇ। ਹਲਤ ਪਲਤ ਸੰਕਟ ਸਹਿ ਸੋਏ। ਇਹ ਇੱਥੇ ਵੀ ਦੁਖੀ ਹੈ ਤੇ ਅਗਾਂਹ ਨਰਕਾਂ ਵਿੱਚ ਵੀ ਦੁੱਖ ਭੋਗੇਗਾ। ਹਲਤ ਪਲਤ ਦੋਵੇਂ ਹੀ ਇਹਦੇ ਗਏ। ਹਲਤ ਨਾ ਸੋਭਾ ਪਲਤ ਨਾ ਢੋਈ, ਅਹਿਲਾ ਜਨਮ ਗਵਾਇਆ। ਸੁਨ ਸੰਗਤ ਸਗਰੀ ਹਰ ਖਾਈ। ਸੁਣ ਕੇ ਗੁਰੂ ਰੂਪ ਲਾਹੌਰ ਦੀ ਸਾਰੀ ਸੰਗਤ ਬੜੀ ਪ੍ਰਸੰਨ ਹੋਈ ਹੈ। ਉੱਠੀ ਬਹੁਰ ਗੁਰ ਆਗਿਆ ਪਾਈ। ਸਤਿਗੁਰਾਂ ਦੀ ਆਗਿਆ ਲੈ ਕੇ ਇਹ ਆਈਆਂ ਦਰਸ਼ਨ ਕਰਨ। ਸੰਗਤਾਂ ਮੁੜ ਗਈਆਂ ਹਨ, ਉੱਠ ਬੈਠੀਆਂ ਨੇ। ਜਹ ਚੰਦੂ ਚੰਡਾਲਨ ਬੀਚ। ਤੇ ਫਿਰ ਇਸ ਤਰ੍ਹਾਂ ਸਾਧ ਸੰਗਤ ਜੀ, ਜਿਹੜਾ ਚੰਦੂ ਹੈ ਇਹ ਚੰਡਾਲਾਂ ਦੇ ਵਿੱਚ ਪਕੜਿਆ ਹੋਇਆ ਹੈ। ਸੰਗਤਾਂ ਨੇ ਸੁਣਿਆ ਜਿੱਥੇ ਚੰਦੂ ਹੈ ਨਾ, ਲਾਹੌਰ ਦੀ ਸੰਗਤ ਮਹਾਰਾਜ ਦੇ ਦਰਸ਼ਨ ਕਰਕੇ ਚੰਦੂ ਵੱਲ ਵੇਖਣ ਜਾਂਦੀ ਹੈ, ਜਿੱਥੇ ਕੁੱਤਿਆਂ ਦੇ ਨਾਲ ਚੰਦੂ ਨੂੰ ਬੰਨ੍ਹਿਆ ਤੇ ਖਵਾਇਆ ਜਾ ਰਿਹਾ ਹੈ। ਲੱਗੇ ਬਿਲੋਕਨ ਬੈਠਿਓ ਨੀਚ। ਤੇ ਸਾਰੀ ਸੰਗਤ ਉਹ ਨੀਚ ਬੈਠੇ ਹੋਏ ਚੰਦੂ ਪੈਰਾਂ ਭਾਰ ਬਾਇਆ ਹੋਇਆ ਹੈ ਤੇ ਸਿਰ 'ਚ ਕੀੜੇ ਪਏ ਹੋਏ ਹੈ। ਕੁੱਤਿਆਂ ਦੇ ਨਾਲ ਖਾਂਦੇ ਹੋਏ ਚੰਦੂ ਨੂੰ ਲਾਹੌਰ ਦੀਆਂ ਸੰਗਤਾਂ ਵੇਖਦੀਆਂ ਨੇ। ਦੇਤ ਸਜਾਏ ਘਾਵ ਤਨ ਪਰੇ। ਤੇ ਵੇਖ ਸਜ਼ਾ ਦੇ ਦੇ ਕੇ ਛਿੱਤਰ ਮਾਰ ਮਾਰ ਕੇ ਦੇ ਸਾਰੇ ਸਰੀਰ ਤੇ ਜ਼ਖਮ ਹੋ ਪਏ ਹਨ। ਕਿਰਮ ਸਮੂਹਨ ਤੇ ਸੋ ਤੇ ਭਰੇ। ਲਾਹੌਰ ਦੀ ਸੰਗਤ ਕੀ ਵੇਂਦੀ ਆ ਵੀ ਚੰਦੂ ਦਾ ਸਾਰਾ ਸਰੀਰ ਜਿਹੜਾ ਨਾ ਉਹ ਜ਼ਖਮਾਂ ਦੇ ਨਾਲ ਜਿਹੜਾ ਵਾ ਉਹ ਭਰਿਆ ਹੋਇਆ ਹੈ ਤੇ ਸਾਰੇ ਜ਼ਖਮਾਂ ਦੇ ਵਿੱਚ ਚਿੱਟੇ ਰੰਗ ਦੇ ਕੀੜੇ ਜੀਵ ਚੱਲੇ ਹੋਏ ਹਨ। ਆਂਖਣ ਤੇ ਅੰਧਾ ਹੋਏ ਤੇ ਗਇਓ। ਉਹ ਅੱਖਾਂ ਤੋਂ ਅੰਨਾ ਹੋ ਗਿਆ ਸੀ ਚੰਦੂ, ਕਿਉਂਕਿ ਸਿਰ ਦੀ ਸੱਟ ਜਿਹੜੀ ਹੁੰਦੀ ਹੈ ਅੱਖਾਂ ਤੇ ਅਸਰ ਪਾਉਂਦੀ ਹੈ ਨਾ। ਜੁੱਤੀਆਂ ਮਾਰ ਮਾਰ ਸਿੱਖਾਂ ਦੀਆਂ ਜੁੱਤੀਆਂ ਖਾ ਖਾ ਕੇ ਨਾ ਚੰਦੂ ਤੇ ਅੱਖਾਂ ਤੋਂ ਰਹਿ ਗਿਆ ਸੀ ਅੰਤਲੇ ਸਮੇਂ। ਅੱਖਾਂ ਚੋਂ ਅੰਨਾ ਹੋ ਗਿਆ ਤੇ ਨੇਤਰਾਂ ਚੋਂ ਖੂਨ ਵਗਦਾ ਹੈ। ਨੀਚ ਗਰੀਬ ਸਿਰ ਊਚ ਨਾ ਕੀਓ। ਸਿਰ ਨਹੀਂ ਤਾਂ ਚੁੱਕਦਾ ਹੁਣ ਤੇ ਹੇਠਾਂ ਬੈਠਾ ਹੋਇਆ ਤੇ ਧੌਣ ਜੀ ਨੀਚੇ ਸੁੱਟੀ ਹੋਈ ਹੈ। ਕਬ ਕਬ ਤਨ ਤੇ ਕਿਰਮ ਨਿਕਾਸੈ। ਤੇ ਕਹਿੰਦੇ ਹੱਥਾਂ ਪੈਰਾਂ ਦੇ ਜਿਹੜੇ ਵੈ ਉਹ ਸਰੀਰ 'ਚ ਕੀੜੇ ਪਏ ਹੋਏ ਨਾ, ਆਪਦੇ ਹੱਥਾਂ ਨਾਲ ਜਦੋਂ ਕੋਈ ਦੁੱਖ ਹੁੰਦਾ ਤੇ ਕੀੜੇ ਖਿੱਚ ਖਿੱਚ ਕੇ ਕੱਢਦਾ ਚੰਦੂ ਆਪਣੇ ਸਰੀਰ ਦੇ ਵਿੱਚੋਂ। ਕਦੇ ਸਿਰ 'ਚੋਂ ਕਿਰਮ ਪਏ ਹੋਏ ਖਿੱਚ ਖਿੱਚ ਕੇ ਕੱਢਦਾ, ਥੱਲੇ ਸੁੱਟ ਸੁੱਟ ਕੇ ਮਾਰਦਾ ਹੈ। ਦੁਰਗੰਧ ਅਧਿਕ ਬਹਿ ਕਿਮ ਪਾਸੈ। ਤੇ ਸੰਗਤ ਨੇੜੇ ਨਹੀਂ ਜਾਂਦੀ, ਦੂਰ ਹੀ ਖੜੀ ਰਹਿੰਦੀ ਹੈ ਤੇ ਨੇੜੇ ਕਿਸੇ ਦਾ ਜਾਣ ਨੂੰ ਮਨ ਨਹੀਂ ਕਰਦਾ। ਕੀੜੇ ਤੇ ਪਾਕ ਵਹਿ ਵਹਿ ਕੇ, ਜਿਵੇਂ ਸਾਧ ਸੰਗਤ ਜੀ ਹਲਕੇ ਕੁੱਤੇ ਕੀੜੇ ਪਏ ਵਾਲੇ ਚੋਂ ਮੁਸ਼ਕ ਆਉਂਦਾ ਨਾ, ਦੂਰ ਦੂਰ ਤੱਕ ਚੰਦੂ ਚੋਂ ਬਦਬੂ ਮਾਰਦੀ ਹੈ। ਕੋਈ ਇਹਦੇ ਲਾਗੇ ਨਹੀਂ ਜਾਂਦਾ ਹੈ। ਪਨਹੀ ਕੁਛ ਕੁਮਾਰ ਕਰ ਮੁਰੇ। ਤੇ ਨੱਕ ਘੁੱਟ ਕੇ ਮੂੰਹ ਬੰਨ ਕੇ ਸਿੱਖ ਜਿਹੜੇ ਲਾਹੌਰ ਦੇ ਆਉਂਦੇ ਤੇ ਮਹਾਰਾਜ ਦਾ ਹੁਕਮ ਹੈ ਜੁੱਤੀ ਮਾਰਨ ਦਾ, ਤੇ ਬਸ ਜੁੱਤੀਆਂ ਜੀਆਂ ਮਾਰ ਕੇ ਤੁਰ ਜਾਂਦੇ। ਬਹੁਤੀ ਜ਼ੋਰ ਨਾਲ ਹੁਣ ਕੋਈ ਜੁੱਤੀ ਨਹੀਂ ਸਿੱਖ ਮਾਰਦਾ ਵੀ ਕਿਤੇ ਛੇਤੀ ਨਾਲ ਮਰ ਨਾ ਜਾਵੇ। ਜਿਹੜੇ ਮਾਰਨ ਵੀ ਜੁੱਤੀਆਂ ਜਾਂਦੇ ਆ, ਨੱਕ ਮੂੰਹ ਬੰਨ ਕਰਕੇ ਅੱਗੇ ਜਾਂਦੇ ਆ। ਨਹਿ ਬਹੁ ਹਨੀ ਜਾਏ ਨਹਿ ਮਰੇ। ਤੇ ਬਹੁਤੀ ਤੇਜ਼ ਨਹੀਂ ਮਾਰਦੇ ਵੀ ਕਿਤੇ ਬਹੁਤਾ ਮਾਰਨ ਦੇ ਨਾਲ ਮਰ ਨਾ ਜਾਵੇ ਪਾਪੀ। ਸੰਗਤ ਆਪਣੇ ਸਦਨ ਸਿਧਾਰੀ। ਤਾਂ ਲਾਹੌਰ ਦੀ ਸੰਗਤ ਹਜ਼ੂਰ ਦੇ ਦਰਸ਼ਨ ਕਰਕੇ ਚੰਦੂ ਨੂੰ ਜੁੱਤੀਆਂ ਛਕਾ ਕਰਕੇ ਆਪਣੇ ਘਰਾਂ ਨੂੰ ਚਲ ਗਈ ਹੈ। ਕੀਰਤ ਗੁਰ ਕੀ ਬਦਨ ਉਚਾਰੀ। ਤੇ ਲਾਹੌਰ ਦੇ ਸਿੱਖ ਆਪਣੇ ਘਰ ਘਰ ਜਾ ਕਰਕੇ ਗੁਰੂ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਬੜੀ ਵਡਿਆਈ ਕਰਦੇ ਆ। ਸ੍ਰੀ ਹਰਗੋਬਿੰਦ ਧੰਨ ਮਹਾਨੇ। ਕਹਿੰਦੇ ਆ ਜਾ ਕੇ ਦੱਸਦੇ ਲਾਹੌਰ ਨਗਰ ਵਿੱਚ, ਕਿਉਂਕਿ ਮਹਾਰਾਜ ਮੁਜੰਗੀ ਪਿੰਡ ਦੇ ਠਹਿਰੇ ਹੋਏ ਆ, ਸਤਿਗੁਰੂ ਦੀ ਸੋਭਾ ਕਰਦੇ ਭਾਈ। ਗੁਰੂ ਹਰਗੋਬਿੰਦ ਸਾਹਿਬ ਬੰਦੀ ਛੋੜਦਾ ਤੇ ਬੜੇ ਦਿਆਲੂ ਕਿਰਪਾਲੂ ਮਹਾਨ ਸੂਰਬੀਰ ਯੋਧੇ ਹਨ। ਪਿਤ ਬਦਲਾ ਲੀਨੋ ਰਿਪਹਾਨੇ। ਇਹਨਾਂ ਨੇ ਪਿਤਾ ਜੀ ਦੀ ਮੌਤ ਦਾ ਬਦਲਾ ਲਿਆ ਹੈ। ਦੁਸ਼ਮਣ ਸਾਰੇ ਮਾਰ ਮੁਕਾਏ ਤੇ ਚੰਦੂ ਵਰਗੇ ਪਕੜੇ ਹੋਏ ਹਨ। ਇਸ ਬਿਧ 15 ਦਿਵਸ ਬਿਤਾਏ। ਗੁਰੂ ਹਰਗੋਬਿੰਦ ਸਾਹਿਬ ਜੀ ਖਾਲਸਾ ਜੀ 15 ਦਿਨ ਅਜੇ ਲਾਹੌਰ ਵਿੱਚ ਰਹੇ ਆ, ਜਦੋਂ ਹਜ਼ੂਰ ਨੂੰ 15 ਕੁ ਦਿਨ ਬਤੀਤ ਹੋਏ ਆ। ਕਬ ਕਬ ਸ਼ਾਹੋ ਮਿਲਹਿ ਟਿਗ ਆਏ। ਕਦੀ ਕਦੀ ਬਾਦਸ਼ਾਹ ਜਹਾਂਗੀਰ ਮਹਾਰਾਜ ਦੇ ਪਾਸ ਮੁਜੰਗੀ ਆ ਕੇ ਮਿਲਣ ਆਉਂਦਾ ਹੈ। ਕਬ ਸਤਿਗੁਰ ਕੋ ਨਿਕਟ ਬੁਲਾਵੇ। ਤੇ ਕਈ ਵਾਰੀ ਆਪਣੇ ਲਾਹੌਰ ਦੀ ਕਚਹਿਰੀ ਜਿੱਥੇ ਆ ਨਾ ਸ਼ਾਹੀ ਕਿਲ੍ਹਾ, ਗੁਰੂ ਸਾਹਿਬ ਨੂੰ ਇੱਥੇ ਬੇਨਤੀ ਕਰਕੇ ਬੁਲਾ ਲੈਂਦਾ ਹੈ। ਦਰਸ਼ਨ ਕਰਹਿ ਬੋਲ ਹਰ ਖਾਵੇ। ਦਰਸ਼ਨ ਕਰਦਾ ਪਾਤਸ਼ਾਹ ਦੇ, ਬਚਨ ਬਿਲਾਸ ਕਰਦਾ ਮਹਾਰਾਜ ਨਾਲ
ਤੇ ਬੜਾ ਪ੍ਰਸੰਨ ਹੁੰਦਾ ਹੈ। ਪੁਰ ਕੇ ਸਿੱਖ ਸੇਵਕ ਦਰਸ਼ਨ ਤੇ ਜਿਹੜੇ ਨਗਰ ਦੇ ਸਿੱਖ ਸੇਵਕ ਹੈ ਸਤਿਗੁਰੂ ਸਾਹਿਬ ਦੇ ਦਰਸ਼ਨ ਕਰ ਕਰਕੇ ਪਾਏ ਕਾਮਨਾ ਕੋ ਹਰ ਖੰਤੇ ਮਨ ਦੀਆਂ ਇੱਛਾ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਾ ਕਰਾ ਕੇ ਮਹਾਰਾਜ ਤੋਂ ਆਸਾਂ ਪੂਰੀਆਂ ਕਰ ਕਰ ਝੋਲੀਆਂ ਭਰ ਭਰ ਜਾਂਦੇ ਖੁਸ਼ ਹੁੰਦੇ ਆ। ਦੇਸ਼ ਵਿਦੇਸ਼ਨ ਸੰਗਤ ਤੇ ਆਵੈ ਦੇਸ਼ਾਂ ਵਿਦੇਸ਼ਾਂ ਦੀ ਜਿਹੜੀ ਸੰਗਤ ਹੈ ਖਾਲਸਾ ਜੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਾਹੌਰ ਪਹੁੰਚ ਰਹੀ ਹੈ। ਬੰਦਹ ਸਤਿਗੁਰ ਭੇਟ ਚੜਾਵੈ ਨਮਸਕਾਰਾਂ ਹੁੰਦੀਆਂ ਸਾਹਿਬ ਪਾਤਸ਼ਾਹ ਜੀ ਦੇ ਚਰਨੀ ਭੇਟਾਵਾਂ ਚੜ ਰਹੀਆਂ ਹਨ। ਨਿਤ ਪ੍ਰਤ ਨਏ ਹੋਤ ਉਤਸਾਹੋ ਰੋਜ਼ ਹੀ ਨਵੀਂ ਸੰਗਤ ਆਉਂਦੀ ਹੈ, ਨਵੇਂ ਕੌਤਕ ਉਤਸ਼ਾਹ ਖੁਸ਼ੀਆਂ ਲਾਹੌਰ ਵਿੱਚ ਹੋ ਰਹੀਆਂ ਹਨ। ਰਹਿ ਭੀੜ ਬਹੁ ਗੁਰ ਕੇ ਪਾਹੂ ਗੁਰੂ ਸਾਹਿਬ ਦੇ ਆਲੇ ਦੁਆਲੇ ਬੜੀ ਭੀੜ ਰਹਿੰਦੀ ਹੈ। ਚੰਦੂਪੁਰ ਮਹਿ ਫੇਰਨ ਹੇਤ ਇਧਰ ਨਾ ਭਾਈ ਜੇਠਾ ਜੀ ਮਨ ਵਿੱਚ ਵਿਚਾਰ ਕਰਦੇ ਆ ਵੀ ਚੰਦੂ ਨੂੰ ਦਿੱਲੀ ਤਾਂ ਮਹਾਰਾਜ ਨੇ ਆਪ ਹੀ ਫੇਰ ਦਿੱਤਾ ਸੀ ਤੇ ਅਸੀਂ ਅੰਮ੍ਰਿਤਸਰੋਂ ਬੜੀ ਜੁੱਤੀ ਮਰਵਾਈ ਹੈ ਇਹਨੂੰ, ਤੇ ਕਿਉਂ ਨਾ ਹੁਣ ਲਾਹੌਰ ਵਿੱਚੋਂ ਵੀ ਛਿੱਤਰ ਫਰਵਾਏ ਜਾਣ, ਇਹਨੂੰ ਲਾਹੌਰ ਦੀਆਂ ਗਲੀਆਂ ਦੀ ਸੈਰ ਕਰਾ ਦਈਏ। ਰਹਿ ਜੇਠਾ ਇਸ ਚਾਹ ਸਮੇਤ ਤੇ ਬਾਬਾ ਜੇਠਾ ਗੁਰੂ ਹਰਗੋਬਿੰਦ ਸਾਹਿਬ ਦੇ ਦਾਲੇ ਦਾਲੇ ਗੀੜੇ ਕੱਢਦੇ ਰਹਿੰਦੇ ਆ ਰੋਜ਼ ਹੀ, ਵੀ ਕਿਹੜਾ ਸਮਾਂ ਆਵੇ ਵੀ ਮਹਾਰਾਜ ਤੋਂ ਪੁੱਛ ਕੇ ਨਾ ਚੰਦੂ ਨੂੰ ਇੱਕ ਵਾਰੀ ਲਾਹੌਰ ਦਾ ਵੀ ਦਰਸ਼ਨ ਦਿਦਾਰਾ ਕਰਵਾ ਦਈਏ। ਇਸ ਪਾਪੀ ਕੀ ਦਸ਼ਾ ਕੁਢਾਲੀ ਤੇ ਫਿਰ ਵਿੱਚ ਜੇਠਾ ਜੀ ਸੋਚਦੇ ਆ ਵੀ ਚੰਦੂ ਦੀ ਹਾਲਤ ਹੁਣ ਬੜੀ ਨਾਜ਼ੁਕ ਜੀ ਹੋ ਚੁੱਕੀ ਹੈ, ਕੀੜੇ ਪਏ ਹੋਏ ਆ ਤੇ ਮਰਨ ਵਾਲਾ ਹੈ। ਪਿਖਹਿ ਨਾਰ ਨਰ ਪਾਬੁਰ ਹਾਲੀ ਤੇ ਮੈਂ ਜੇਠਾ ਜੀ ਸੋਚਦੇ ਵੀ ਕਿਉਂ ਨਾ ਇਹਨੂੰ ਲਾਹੌਰ ਲੈ ਕੇ ਜਾਈਏ, ਸਾਰੇ ਸ਼ਹਿਰ ਦੀਆਂ ਗਲੀਆਂ ਫਰਾਈਏ ਤੇ ਇੱਥੋਂ ਦੇ ਲੋਕ ਵੇਖ ਲੈਣ ਵੀ ਚੰਦੂ ਦਾ ਕੀ ਹਾਲ ਕੀਤਾ ਗੁਰੂ ਕਿਆ ਨੇ। ਸਤਿਗੁਰ ਕੋ ਬਦਲੋ ਔਰ ਜਨ ਹੈ ਤੇ ਜਾਣ ਲੈਣਗੀ ਸਾਰੀਆਂ ਸੰਗਤਾਂ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਬਦਲਾ ਲੈ ਲਿਆ ਹੈ। ਜੋ ਬਚਨ ਕਿਹਾ ਸੀ ਚੰਦੂ ਦੇ ਨੱਕ 'ਚ ਨੱਥ ਪਾਉਣ ਦਾ ਉਹ ਅੱਜ ਪੂਰਾ ਕਰ ਵਿਖਾਇਆ ਹੈ। ਸ਼ਰਧਾ ਵਧੈ ਆਨੰਦ ਕੋ ਠਨ ਹੈ ਤਾਂ ਕਿ ਸਿੱਖ ਸੰਗਤਾਂ ਦੇ ਵਿੱਚ ਹੋਰ ਸ਼ਰਧਾ ਵਧੇ ਗੁਰੂ ਘਰ ਦੇ ਪ੍ਰਥਾਏ। ਸੰਗਤਾਂ ਪਾਪੀ ਚੰਦੂ ਦਾ ਹਾਲ ਵੇਖ ਵੇਖ ਕੇ ਖੁਸ਼ੀਆਂ ਮਨਾ ਲੈਣ। ਸ੍ਰੀ ਹਰਿ ਗੋਬਿੰਦ ਤੇ ਚਿਤ ਸੰਕ ਹੈ ਪਰ ਜਿਹੜਾ ਬਾਬਾ ਜੇਠਾ ਜੀ ਆ ਨਾ ਗੁਰੂ ਹਰਗੋਬਿੰਦ ਸਾਹਿਬ ਵਾਲੇ ਪਾਸਿਓਂ ਬੜੇ ਸ਼ੰਕਾ ਵਿੱਚ ਰਹਿੰਦੇ ਆ, ਭਾਵ ਵੀ ਮਹਾਰਾਜ ਵਾਲੇ ਪਾਸਿਓਂ ਇਹਨੂੰ ਇੱਕ ਸ਼ੰਕਾ ਹੈ। ਕਿਰਪਾ ਨਾ ਕਰਹਿ ਜਾਨ ਸਮਰੰਕ ਹੈ ਉਹ ਸ਼ੰਕਾ ਬਾਬਾ ਜੇਠਾ ਜੀ ਨੂੰ ਇਹ ਹੈ ਵੀ ਕਿਤੇ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਨਾ ਕਹਿ ਦੇਣ ਵੀ ਹੁਣ ਚੰਦੂ ਨੂੰ ਛੱਡ ਦਿਓ, ਵੀ ਬੜੀ ਸਜ਼ਾ ਹੋ ਗਈ ਹੈ। ਵੀ ਬੜਾ ਦੁਖੀ ਹੁੰਦਾ, ਵੀ ਕਿਰਪਾਲੂ ਵੀ ਹੈ ਨਾ ਮਹਾਰਾਜ ਸੱਚੇ ਪਾਤਸ਼ਾਹ, ਕਿਤੇ ਇਹ ਨਾ ਹੋਵੇ ਗੁਰੂ ਸਾਹਿਬ ਨੂੰ ਚੰਦੂ ਪਾਪੀ ਤੇ ਦਇਆ ਆ ਜੇ ਤੇ ਇਹ ਆਖਦੇ ਨੇ ਵੀ ਹੁਣ ਚੰਦੂ ਦੀ ਸਜ਼ਾ ਪੂਰੀ ਹੋਈ, ਉਹਨੂੰ ਛੱਡ ਦਿਓ, ਘਰਦਿਆਂ ਦੇ ਹਵਾਲੇ ਕਰ ਦਿਓ। ਇਹ ਸ਼ੰਕਾ ਬਾਬਾ ਜੇਠਾ ਜੀ ਦੇ ਮਨ ਵਿੱਚ ਹੈ। ਇੱਕ ਦਿਨ ਬੈਠ ਚਲਾਈ ਪ੍ਰਸੰਗ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਹੋਏ ਤੇ ਭਾਈ ਜੇਠਾ ਜੀ ਪਾਸ ਆ ਕੇ ਨਾ ਮਹਾਰਾਜ ਕੋਲੇ ਗੱਲ ਜੀ ਚਲਾਉਣ ਲੱਗ ਪਏ ਆ। ਇਹਾਂ ਦੁਸ਼ਟ ਨੇ ਕਰਿਓ ਕੁਢੰਗ ਕਹਿੰਦੇ ਆ ਹੇ ਸੱਚੇ ਪਾਤਸ਼ਾਹ ਵੇਖੋ ਚੰਦੂ ਬੜਾ ਵੱਡਾ ਪਾਪੀ ਹੈ, ਇਸ ਪਾਪੀ ਚੰਦੂ ਨੇ ਚੰਗਾ ਨਹੀਂ ਕੀਤਾ, ਬਹੁਤ ਭੈੜਾ ਵੱਡਾ ਪਾਪ ਕੀਤਾ ਹੈ। ਗੁਰੂ ਅਵਗਿਆ ਪੇਖ ਨਰ ਨਾਰੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਜਾਣਦੇ ਹੋ ਲਾਹੌਰ ਦੇ ਨਰ ਬੱਚਿਆਂ ਨੇ, ਪਾਪ ਬੱਚੇ ਬੱਚੀਆਂ ਬੁੱਢਿਆਂ ਸਾਰਿਆਂ ਨੇ ਚੰਦੂ ਪਾਪੀ ਦੁਆਰਾ ਗੁਰੂ ਅਰਜਨ ਦੇਵ ਸਾਹਿਬ ਦੀ ਕੀਤੀ ਹੋਈ ਅਵਗਿਆ ਨੂੰ ਵੇਖਿਆ ਅੱਖਾਂ ਨਾਲ। ਸਭ ਹਿਨ ਹਾਹਾਕਾਰ ਉਚਾਰੀ ਤੇ ਸਾਰਿਆਂ ਨੇ ਹਾਹਾਕਾਰ ਉਚਾਰੀ ਸੀ, ਸਾਰੀ ਸੰਗਤ ਅਛ ਕਰ ਉੱਠੀ ਸੀ ਜਦੋਂ ਚੰਦੂ ਨੇ ਕਹਿਰ ਕਮਾਇਆ ਸੀ। ਪ੍ਰੇਮੀ ਮਹਾ ਬਿਰਲਾਪ ਕਰਨ ਤੇ ਇਸ ਕਰਕੇ ਜਿਹੜੇ ਪ੍ਰੇਮੀ ਸੀ ਗੁਰੂ ਘਰ ਦੇ ਬੜਾ ਦੁਖੀ ਹੋ ਰਹੇ ਸੀ ਲਾਹੌਰ ਦੇ ਜਦੋਂ ਚੰਦੂ ਨੇ ਕਹਿਰ ਕਮਾਇਆ ਸੀ। ਸੰਕਟ ਛੋਕ ਵਿਸ਼ਾਲ ਤਰਨ ਤੇ ਚੰਦੂ ਨੇ ਗੁਰੂ ਸਾਹਿਬ ਤੇ ਤਸੀਹੇ ਦਿੱਤੇ ਨਾ ਜਦੋਂ, ਤੇ ਸੰਗਤਾਂ ਨੂੰ ਬੜਾ ਦੁੱਖ ਲੱਗਿਆ। ਸੰਗਤਾਂ ਬੜੇ ਸੋਗ ਵਿੱਚ ਚਲੀਆਂ ਗਈਆਂ ਸੀ ਜਦੋਂ ਮਹਾਰਾਜ ਸ਼ਹੀਦ ਹੋਏ ਆ। ਦੁਰ ਦੁਰ ਮਿਲ ਮਿਲ ਗਾਰ ਨਿਕਾਰਤ ਤੇ ਲਾਹੌਰ ਦੀ ਜਿੰਨੀ ਸੰਗਤ ਹੈ ਛੁਪ ਛੁਪ ਕੇ ਨਾ ਚੰਦੂ ਦੇ ਡਰ ਤੋਂ ਮਿਲ ਮਿਲ ਕੇ ਧਰਮਸ਼ਾਲਾ ਜਾਂ ਆਪਣੇ ਘਰਾਂ ਵਿੱਚ ਤੇ ਚੰਦੂ ਨੂੰ ਗਾਲਾਂ ਫਿੱਟ ਲਾਣਤਾਂ ਦੁਰਕਾਰਾਂ ਪਾਉਂਦੇ ਸਨ। ਸ੍ਰੀ ਗੁਰ ਪ੍ਰਭ ਇਸ ਕਿਉ ਨਹਿ ਮਾਰਤ ਤੇ ਫਿਰ ਭਾਈ ਜੇਠਾ ਜੀ ਕਹਿੰਦੇ ਹੇ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਪਾਪੀ ਚੰਦੂ ਨੂੰ ਤੁਸੀਂ ਮਾਰ ਕਿਉਂ ਨਹੀਂ ਦਿੰਦੇ? ਮਹਾਰਾਜ ਨੇ ਕੋਈ ਛੋਟਾ ਗੁਨਾਹ ਥੋੜ੍ਹਾ ਕੀਤਾ। ਲਾਹੌਰ ਦੀ ਸੰਗਤ ਨੇ ਵੇਖਿਆ ਹੋਇਆ ਸਾਰਾ ਕੁਝ। ਪਾਤਸ਼ਾਹ ਜੀ ਜਿਸ ਲਾਹੌਰ ਵਿੱਚ ਇਹਨੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਕਿਉਂ ਨਾ ਆਪ ਜੀ ਇਸ ਚੰਦੂ ਪਾਪੀ ਦਾ ਫਾਹਾ
ਏਸੀ ਲਾਹੌਰ ਦੀ ਧਰਤੀ ਤੇ ਵੱਢ ਦਿਓ ਜੀ। ਜਥਾ ਦੁਖਿਤ ਹੋਏ ਤਿਸ ਕਾਲ, ਹਾਂ ਜਥਾ ਉਚਿਤ ਹੋਵੇਗਾ ਇਸ ਸਮੇਂ ਸਤਿਗੁਰੂ ਜੀਓ। ਧਰ ਸਨੇਹ ਸਤਿਗੁਰੂ ਕਿਰਪਾਲ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਭਾਈ ਜੇਠਾ ਜੀ ਕਹਿੰਦੇ ਆ ਵੀ ਸੰਗਤਾਂ ਬੜਾ ਖੁਸ਼ੀ ਮਨਾਉਣਗੀਆਂ, ਕਿਉਂਕਿ ਉਦੋਂ ਦੁਖੀ ਹੋਈ ਸੀ ਨਾ ਜਿਹੜੀ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਨੂੰ ਤਸੀਹੇ ਦਿੱਤੇ ਵੇਖ ਕੇ। ਹੁਣ ਚੰਦੂ ਦਾ ਹਾਲ ਵਿਖਾਈਏ ਲਾਹੌਰ ਵਾਲਿਆਂ ਨੂੰ, ਤੇ ਲਾਹੌਰੀ ਉਨੇ ਹੀ ਹੁਣ ਖੁਸ਼ ਹੋਣਗੇ ਚੰਦੂ ਦਾ ਹਾਲ ਵੇਖ ਕੇ। ਤਿਸ ਦੁਖ ਤੇ ਅਬ ਦੁਗਨ ਆਨੰਦ, ਚੰਦੂ ਦਾ ਦੁੱਖ ਵੇਖ ਕੇ ਲਾਹੌਰ ਦੀਆਂ ਸੰਗਤਾਂ ਜਿੰਨਾ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਤੇ ਦੁਖੀ ਹੋਈਆਂ ਸਨ, ਉਦੋਂ ਦੁੱਗਣਾ ਆਨੰਦ ਵਿੱਚ ਚਲੇ ਜਾਣਗੀਆਂ। ਧਾਰ ਹੈ ਪੁਰ ਕੇ ਨਰ ਤ੍ਰਿਯ ਬ੍ਰਿੰਦ, ਸੱਚੇ ਪਾਤਸ਼ਾਹ ਜੀ ਆਨੰਦ ਸਹਿਤ ਹੋ ਜਾਣਗੇ ਲਾਹੌਰ ਦੇ ਮਾਈ ਭਾਈ ਜਿੰਨੀਆਂ ਸਿੱਖ ਸੰਗਤਾਂ ਹੈ। ਚੰਦੂ ਦਾ ਹਾਲ ਜੇ ਵਿਖਾਇਆ ਜਾਵੇ ਤਾਂ ਜਬ ਦੇਖ ਹੈ ਇਸ ਕੋ ਅਸਹਾਲ, ਜਦੋਂ ਚੰਦੂ ਪਾਪੀ ਦਾ ਆਹ ਹਾਲ ਕੀੜੇ ਪਏ ਹੋਏ ਤੇ ਅੱਖਾਂ ਤੋਂ ਅੰਨਾ ਗਲ ਵਿੱਚ ਕੁੱਤੇ ਵਾਂਗ ਸੰਗਲ ਪਾਇਆ ਵੇਖਣਗੀਆਂ, ਸਭ ਹਿਨ ਕੈ ਅਭਿਲਾਖ ਵਿਸਾਲ। ਤੇ ਸੰਗਤਾਂ ਖੁਸ਼ ਹੋ ਜਾਣਗੀਆਂ। ਪਾਤਸ਼ਾਹ ਜੀ ਲਾਹੌਰ ਦੇ ਸਿੱਖ ਵੀ ਚਾਹੁੰਦੇ ਆ ਵੀ ਚੰਦੂ ਨੂੰ ਘਰੀ ਘਰੀ ਫੇਰਿਆ ਜਾਵੇ। ਚੰਦੂ ਨੂੰ ਜਿਵੇਂ ਦਿੱਲੀ ਫੇਰਿਆ ਤੁਸਾਂ ਅੰਮ੍ਰਿਤਸਰ ਸਾਹਿਬ ਫੇਰਿਆ, ਇਸੇ ਤਰ੍ਹਾਂ ਚੰਦੂ ਨੂੰ ਲਾਹੌਰ ਦੇ ਸਿੱਖ ਕਹਿੰਦੇ ਆ ਵੀ ਇੱਕ ਵਾਰੀ ਲਾਹੌਰ ਦੀਆਂ ਗਲੀਆਂ ਵਿੱਚ ਵੀ ਫੇਰਨਾ ਕਰੋ ਜੀ। ਬਿਨਾ ਆਪ ਕੀ ਆਇਸ ਕਰੇ, ਪਰ ਮਹਾਰਾਜ ਤੁਹਾਡੀ ਆਗਿਆ ਤੋਂ ਬਿਨਾ, ਤੁਹਾਡੇ ਹੁਕਮ ਤੋਂ ਬਿਨਾ ਜੀ ਨਹੀਂ ਦੁਸ਼ਟ ਕੋ ਲੈ ਪੁਰ ਬਰੇ। ਮਹਾਰਾਜ ਅਸੀਂ ਪਿੰਡ 'ਚ ਨਹੀਂ ਗਏ, ਭਾਵ ਲਾਹੌਰ ਸ਼ਹਿਰ ਵਿੱਚ ਅਸੀਂ ਨਹੀਂ ਗਏ, ਤੁਹਾਡੀ ਆਗਿਆ ਦੀ ਜ਼ਰੂਰਤ ਹੈ। ਪੁਰ ਜਨ ਕੀ ਇੱਛਾ ਲਖ ਪੂਰੋ, ਮਹਾਰਾਜ ਮੇਰੀ ਭਾਈ ਜੇਠੇ ਦੀ ਬੇਨਤੀ ਹੈ ਪਾਤਸ਼ਾਹ, ਆਪ ਸਾਰੇ ਲਾਹੌਰ ਵਾਸੀਆਂ ਦੀ ਇੱਛਾ ਨੂੰ ਫਲ ਪਾਓ। ਲਾਹੌਰੀਏ ਸਿੱਖ ਕਹਿੰਦੇ ਵੀ ਚੰਦੂ ਨੂੰ ਸਾਡੇ ਵੀ ਬੂਹਿਆਂ 'ਚ ਲੈ ਕੇ ਅਸੀਂ ਚਿੱਤਰ ਮਰਵਾਈਏ ਇਹਨੂੰ ਆਪਣੇ ਬੱਚਿਆਂ ਤੋਂ ਸਿੱਖਾਂ ਲਾਹੌਰਦਿਆਂ ਦੀ ਆਪ ਇੱਛਾ ਪੂਰੀ ਕਰ ਦਿਓ ਜੀ। ਫੇਰਨ ਬਨ ਹੈ ਬਾਜ਼ਾਰ ਜ਼ਰੂਰ, ਮਹਾਰਾਜ ਪਾਪੀ ਦਾ ਬਾਜ਼ਾਰ ਵਿੱਚ ਫੇਰਨਾ ਜ਼ਰੂਰ ਬਣਦਾ। ਜਿਵੇਂ ਅੰਮ੍ਰਿਤਸਰ ਦਿੱਲੀ ਫੇਰਿਆ ਹੈ, ਲਾਹੌਰ 'ਚ ਤਾਂ ਇਹਨੇ ਪਾਪ ਕੀਤਾ ਹੈ ਨਾ, ਇਸ ਲਈ ਲਾਹੌਰ ਵੀ ਫੇਰਨਾ ਜ਼ਰੂਰ ਚਾਹੀਦਾ ਹੈ। ਆਪ ਦੀ ਆਗਿਆ ਦੇ ਦਿਓ ਜੀ। ਮੁਸਕਾਵਤ ਸ਼੍ਰੀ ਮੁਖ ਤੇ ਕਹਿਓ, ਤੇ ਭਾਈ ਜੇਠਾ ਦੀ ਗੱਲ ਸੁਣ ਕੇ ਨਾ ਖਾਲਸਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਹੱਸ ਪਏ। ਮਹਾਰਾਜ ਹੱਸਦੇ ਹੋਏ ਕਹਿਣ ਲੱਗੇ ਹਨ, ਨਰਕ ਬਿਖੈ ਪਾਵਨ ਅਬ ਚਹਿਓ। ਮਹਾਰਾਜ ਕਹਿੰਦੇ ਉਹ ਭਾਈ ਜੇਠੇ ਲੱਗਦਾ ਹੈ ਤੂੰ ਚੰਦੂ ਨੂੰ ਹੁਣੇ ਹੀ ਨਰਕਾਂ ਵਿੱਚ ਤੋਰਨ ਨੂੰ ਫਿਰਦਾ ਹੈ। ਕਰਹੁ ਦਿਖਾਵਨ ਸਿੱਖ ਸੁਖ ਪਾਵੈ, ਚੱਲ ਜਾ ਲੈ ਜਾ ਹੁਣ ਇਹਨੂੰ ਕੁੱਤੇ ਨੂੰ ਤੇ ਵਿਖਾ ਲਾਹੌਰ ਦੇ ਸਿੱਖਾਂ ਨੂੰ, ਤਾਂ ਕਿ ਲਾਹੌਰ ਦੀਆਂ ਸੰਗਤਾਂ ਵੀ ਸੁੱਖ ਪਾ ਲੈਣ, ਖੁਸ਼ ਹੋ ਲੈਣ। ਨਹਿ ਮਾਰਨ ਦੇਹ ਤਨ ਬਿਨ ਸਾਵੈ, ਪਰ ਤੇਰੀ ਜ਼ਿੰਮੇਵਾਰੀ ਆ ਭਾਈ ਜੇਠਾ, ਕਿਸੇ ਨੂੰ ਮਾਰਨ ਨਾ ਦੇਈ ਚੰਦੂ ਨੂੰ, ਹੁਣ ਬੜਾ ਹੋ ਗਿਆ ਕਿਤੇ ਮਰ ਮੁੱਕ ਨਾ ਜਾਵੇ। ਗੁਰ ਦਰੋਹੀ ਦੁਖ ਪ੍ਰਾਪਤ ਭਾਰੇ, ਕਿਉਂਕਿ ਇਹ ਪਾਪੀ ਹੈ, ਜੇ ਹੁਣ ਮਰ ਗਿਆ ਤੇ ਇਹਦਾ ਖਹਿੜਾ ਛੁੱਟ ਜਾਣਾ। ਅਸੀਂ ਚਾਹੁੰਦੇ ਹਾਂ ਜੇ ਹੋਰ ਕਰਨੀ ਦਾ ਫਲ ਭੁਗਤਾਇਆ ਜਾਵੇ, ਇਸ ਲਈ ਸਿੱਖਾਂ ਨੂੰ ਮਾਰਨ ਨਾ ਦੇਈ, ਕਿਸੇ ਨੂੰ ਜੁੱਤੀ ਮਾਰਨੀ ਇੱਕ ਵਾਰੀ ਹੁਣ ਰੋਕ ਦਿਓ ਇਸ ਨੂੰ, ਤੇ ਅਜੇ ਹੋਰ ਸਮਾਂ ਜਿਉਂਦਾ ਰਵੇ, ਅਜੇ ਬੜੇ ਦੁੱਖ ਪ੍ਰਾਪਤ ਕਰਨੇ ਹਨ। ਹਲਤ ਪਲਤ ਮਹਿ ਨਿਤ ਮੁਖ ਕਰੇ, ਇਹ ਤਾਂ ਇਹਦਾ ਰੋਜ਼ ਹੀ ਮੂੰਹ ਕਾਲਾ ਹੋਣਾ, ਇੱਥੇ ਵੀ ਤੇ ਗਾਂ ਨਰਕ ਵਿੱਚ ਵੀ ਦੁਖੀ ਹੋਵੇਗਾ। ਲੈ ਆਇਸ ਗੁਰ ਕੀ ਤਬ ਗਇਓ। ਤੋ ਸਾਧ ਸੰਗਤ ਜੀ ਭਾਈ ਜੇਠਾ ਜੀ ਨੇ ਮਹਾਰਾਜ ਨੂੰ ਮਨਾ ਲਿਆ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗਿਆ ਲੈ ਕੇ ਨਾ ਤੇ ਪਾਪੀ ਚੰਦੂ ਨੂੰ ਹੁਣ ਲਾਹੌਰ ਦੀਆਂ ਗਲੀਆਂ ਨੂੰ ਤੋਰ ਲਿਆ ਹੈ। ਚੰਦੂ ਕੋ ਮੰਗਾਵਤ ਪਇਓ, ਚੰਡਾਲਾਂ ਨੂੰ ਸੱਦਾ ਭੇਜ ਕੇ ਤੇ ਚੰਦੂ ਹੁਣ ਪਾਪੀ ਮੰਗਾ ਲਿਆ ਭਾਈ ਜੇਠਾ ਜੀ ਨੇ। ਗਰ ਸੰਗਰੀ ਚੰਡਾਲਨ ਹਾਥ, ਚੰਡਾਲਾਂ ਦੇ ਹੱਥ ਵਿੱਚ ਚੰਦੂ ਦੀ ਸੰਗਲੀ ਫੜੀ ਹੋਈ ਹੈ। ਲੈ ਕਰ ਚੱਲੇ ਬ੍ਰਿੰਦ ਨਰ ਸਾਥ, ਤੇ ਭਾਈ ਜੇਠਾ ਜੀ ਅੱਗੇ ਅੱਗੇ ਤੁਰੇ ਜਾਂਦੇ ਆ ਤੇ ਬੜੇ ਹੋਰ ਵੀ ਸਿੱਖ ਸੂਰਮੇ ਨਾਲ ਹੈ ਭਾਈ ਜੇਠਾ ਜੀ ਤੋਂ ਬਾਅਦ। ਤੇ ਚੰਦੂ ਪਾਪੀ ਨਰਕਾਂ ਦਾ ਭਾਗੀ ਬਣਦਾ ਹੋਇਆ ਇਹ ਜਾ ਰਿਹਾ ਲਾਹੌਰ ਦੀਆਂ ਗਲੀਆਂ ਵਿੱਚ। ਚੰਡਾਲਾਂ ਦੇ ਨਾਲ ਕੁੱਤੇ ਵੀ ਲਾਏ ਹੋਏ ਹਨ। ਪੁਰ ਕੇ ਪੌਰ ਕਰਿਓ ਮੁਖ ਕਾਰਾ, ਪਹਿਲਾਂ ਦਰਵਾਜ਼ਾ ਜਿੱਥੇ ਹੈ ਨਾ, ਜਿਵੇਂ ਪਹਿਲੇ ਸ਼ਹਿਰਾਂ ਦੇ ਉਹ ਦਰਵਾਜ਼ੇ ਸਨ, ਤੋਂ ਚਾਰ ਦੀਵਾਰੀ ਦੇ ਅੰਦਰ ਵੜਨ ਤੋਂ ਪਹਿਲਾਂ ਮੁੱਖ ਦਰਵਾਜ਼ੇ 'ਤੇ ਲਿਜਾ ਕੇ ਨਾ ਚੰਦੂ ਨੂੰ ਤੇ 7 ਚੁੱਲ੍ਹਿਆਂ ਦੀ ਸਵਾਹ ਮੰਗਵਾ ਕੇ
ਭਾਈ ਜੇਠਾ ਜੀ ਨੇ ਪਾਪੀ ਦਾ ਮੂੰਹ ਕਾਲਾ ਕੀਤਾ ਹੈ। ਅੰਤਰ ਪਰ ਵਿਸ਼ੇ ਬੀਚ ਤੇ ਬਿਜਾਰਾ। ਫਿਰ ਬਾਜ਼ਾਰ ਦੇ ਵਿੱਚ ਮੂੰਹ ਕਾਲਾ ਕਰ ਚੰਦੂ ਦਾ ਲੈ ਗਿਆ ਭਾਈ ਜੇਠਾ ਜੀ। ਹੇਰ ਹੇਰ ਬਾਲਿਕ ਗਨ ਆਏ। ਜਦੋਂ ਇਹੋ ਜਿਹਾ ਮਾਹੌਲ ਵੇਖਿਆ ਤੇ ਬਾਲਕ ਲਾਹੌਰ ਦੇ ਨਿੱਕੇ ਨਿੱਕੇ ਨਿਆਣੇ ਸਾਰੇ ਹੀ ਦੌੜ ਦੌੜ ਆ ਗਏ ਹਨ। ਖਲ ਸਿਰ ਮੁਸ਼ਟ ਧੂਲ ਕੋ ਤੇ ਪਾਏ। ਸਵਾਹ ਦੀਆਂ ਮਿੱਟੀ ਦੀਆਂ ਕੱਖਾਂ ਦੀਆਂ ਮੁੱਠਾਂ ਭਰ ਭਰ ਕੇ ਚੰਦੂ ਦੇ ਸਿਰ 'ਚ ਪਾਉਂਦੇ ਆ। ਇਹ ਗੁਰ ਦਰੋਹੀ ਕੂਰ ਕੁਪੱਤਾ। ਤੇ ਹੁਣ ਬੱਚਿਆਂ ਨੂੰ ਕਿਹੜੀ ਲਾਜ ਸ਼ਰਮ ਹੈ, ਗੰਦੀਆਂ ਮੰਦੀਆਂ ਗਾਲਾਂ ਚੰਦੂ ਨੂੰ ਕੱਢਦੇ ਆ। ਕਹਿੰਦੇ ਬੜਾ ਗੁਰੂ ਘਰ ਦਾ ਦੋਖੀ ਪਾਪੀ ਚੰਦੂ ਹੈ, ਬੜਾ ਕੁਪੱਤਾ ਕਰਾੜ ਹੈ। ਕਿਮ ਕਹਿ ਨਰ ਗਨ ਮਾਇਤ ਜੁੱਤਾ। ਤੇ ਨਾਲ ਜਿਹੜੇ ਕੋਈ ਸਿਆਣੇ ਸਿੱਖ ਹੈ ਨਾ, ਚੰਦੂ ਨੂੰ ਗਾਲਾਂ ਦਿੰਦੇ ਹੋਏ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਬਿਰਤਾਂਤ ਯਾਦ ਕਰਦੇ ਗੁੱਸੇ ਦੇ ਨਾਲ ਚੰਦੂ ਦੇ ਸਿਰ ਵਿੱਚ 5-5 ਛਿੱਤਰ ਕੱਢ ਮਾਰਦੇ ਆ, ਨਾਲੇ ਗਾਲਾਂ ਦਿੰਦੇ ਆ, ਨਾਲੇ ਜੁੱਤੀਆਂ ਮਾਰਦੇ ਹਨ। ਕੌਡੀ ਹਾਟਣ ਤੇ ਮੰਗਾਵਤ। ਤੇ ਭਾਈ ਜੇਠਾ ਜੀ ਵਰਗੇ ਨੂੰ ਲਿਜਾ ਕੇ ਤੇ ਹੱਟੀਆਂ ਹੱਟੀਆਂ ਤੋਂ ਮੂੰਹ ਕਾਲਾ ਕਰਕੇ ਨਾ ਛਿੱਤਰ ਮਰਵਾਉਂਦੇ ਆ। ਤੇ ਨਾਲੇ ਚੰਦੂ ਤੋਂ ਟਕਾ ਟਕਾ ਠੂਠਾ ਫੜਵਾ ਕੇ ਵੇਖੋ, ਭਾਰਤ ਵਰਸ਼ ਦਾ ਦੀਵਾਨ ਚੰਦੂ ਤੇ ਹੱਥ ਵਿੱਚ ਠੂਠਾ ਫੜਾ ਕੇ ਨਾ ਤੇ ਚੰਦੂ ਵਰਗਿਆਂ ਤੋਂ ਭਾਈ ਜੇਠਾ ਵਰਗੇ ਡਾਂਗ ਨਾਲ ਕੱਲੀ ਕੱਲੀ ਹੱਟ ਤੋਂ ਟਕਾ ਮੰਗਵਾਉਂਦੇ ਮੰਗਤਾ ਬਣਾ ਛੱਡਿਆ ਹੈ। ਮਾਰਤ ਜੇਠਾ ਤਿਨ ਹੈ ਹਟਾਵਤ। ਤੇ ਬਾਣੀਏ ਜਿਹੜੇ ਉਹ ਟਕਾ ਤਾਂ ਦੇ ਦਿੰਦੇ, ਪਰ ਕਹਿੰਦੇ ਦਿਆਂਗੇ ਫਿਰ 5 ਜੁੱਤੀਆਂ ਮਾਰਾਂਗੇ ਭਾਈ ਜੇਠੇ। ਭਾਈ ਜੇਠਾ ਕਿਤੇ ਨਾ ਪਈ ਹੁਣ ਨਾ ਮਾਰੋ ਮਰ ਜਾਵੇਗਾ। ਤੇ ਉਹ ਧੱਕੇ ਨਾਲ ਜੁੱਤੀਆਂ ਮਾਰਦੇ ਆ ਤੇ ਭਾਈ ਜੇਠਾ ਜੀ ਰੋਕਦੇ ਹਨ। ਇਸ ਕੋ ਮਾਰਨ ਪੁੰਨ ਵਿਸਾਲਾ। ਉਹ ਸਿੱਖ ਕਹਿੰਦੇ ਨਾ ਹਟਾ ਭਾਈ ਜੇਠਾ, ਇਹ ਪਾਪੀ ਚੰਦੂ ਨੂੰ ਮਾਰਨ ਦਾ ਬੜਾ ਡਾਢਾ ਹੀ ਪੁੰਨ ਹੈ, ਮਹਾਰਾਜ ਨੇ ਆਖਿਆ ਹੈ। ਹਤਨ ਦੇਹੋ ਹਮ ਕੋ ਇਸ ਕਾਲਾ। ਤੇ ਪਰਾ ਹੋ ਜਾ ਭਾਈ ਜੇਠੇ, ਸਾਨੂੰ 5-5 ਜੁੱਤੀਆਂ ਮਾਰ ਕੇ ਅੱਜ ਮਨ ਦੀ ਰੀਝ ਪੂਰੀ ਕਰ ਲੈਣ ਦੇ। ਨਹਿ ਮਾਰਹੁ ਅਬ ਇਹ ਮਰ ਜਾਈ। ਭਾਈ ਜੇਠਾ ਹੱਥ ਜੋੜ ਜੋੜ ਕੇ ਸਿੱਖਾਂ ਨੂੰ ਹਟਾਉਂਦਾ, ਉਹ ਭਾਈ ਨਾ ਮਾਰੋ ਨਾ ਮਾਰੋ, ਇਹ ਮਰ ਜਾਵੇਗਾ। ਜੀਵਤ ਪਾਵ ਹੈ ਅਨੇਕ ਸਜਾਈ। ਅਜੇ ਇਹਨੂੰ ਜਿਉਂਦਾ ਰੱਖਣਾ, ਕੀੜੇ ਪਏ ਹੋਏ, ਜਿੰਨਾ ਵੱਧ ਸਮਾਂ ਜਿਉਂਦਾ ਰਹੇਗਾ ਓਨੀ ਵੱਧ ਇਹਨੂੰ ਸਜ਼ਾ ਮਿਲੇਗੀ। ਇਮ ਜੇਠਾ ਬਰਜਤ ਬਹੁ ਨਰਕੋ। ਕਹਿੰਦੇ ਜੁੱਤੀਆਂ ਮਾਰਨ ਵਾਲਿਆਂ ਨੂੰ ਭਾਈ ਜੇਠਾ ਵਾਰ-ਵਾਰ ਰੋਕਦਾ ਹੈ, ਵਰਜਦਾ ਹੈ। ਤਉ ਸ਼ਹਾਵਤ ਪਨਹੀ ਸਿਰ ਕੋ। ਪਰ ਫਿਰ ਵੀ ਜਿਹੜੇ ਸਿੱਖ ਆ ਕਹਿੰਦੇ ਭਾਈ ਜੇਠਾ ਲੈ ਨਹੀਂ ਮਾਰਦੇ, ਪਰ ਮਹਾਰਾਜ ਦਾ ਹੁਕਮ ਪੂਰਾ ਕਰ ਲੈਂਦੇ, ਪਰਾਂ ਹੋ ਜਾ, ਜੁੱਤੀ ਇਕੱਲੀ ਸਿਰ ਨੂੰ ਹੀ ਲਾਵਾਂਗੇ, ਜ਼ੋਰ ਦੀ ਨਹੀਂ ਮਾਰਦੇ। ਤੋ ਭਾਈ ਜੇਠਾ ਜੀ ਨੂੰ ਪਾਸੇ ਕਰਕੇ ਨਾ ਸਿੱਖ ਤੇ ਉਹ ਬਸ ਮਹਾਰਾਜ ਦਾ ਵਾਕ ਪੂਰਾ ਕਰੀ ਜਾਂਦੇ, ਜੁੱਤੀ ਬਸ ਸਿਰ ਨੂੰ ਲਾ ਕੇ 5 ਵਾਰੀ ਮੁੜ ਜਾਂਦੇ। ਕਹਿੰਦੇ ਮਾਰਦੇ ਨਹੀਂ, ਪਰ ਜੁੱਤੀ ਜ਼ਰੂਰ ਇਹਦੇ ਮੂੰਹ ਨੂੰ ਲਾਉਣੀ ਹੈ। ਤੋ 5-5 ਵਾਰੀ ਛਿੱਤਰ ਸਿੱਖ ਮਾਰਦੇ ਨਹੀਂ, ਚਲੋ ਮੂੰਹ ਨੂੰ ਲਾ ਕੇ ਮੁੜ ਜਾਂਦੇ ਆ। ਸਨੈ ਸਨੈ ਮਾਰਤ ਚੱਲ ਜਾਤ। ਤੋ ਇਸ ਤਰ੍ਹਾਂ ਚੰਦੂ ਨੂੰ ਗਲ ਵਿੱਚ ਸੰਗਲੀ ਪਾਈ ਤੇ ਡਿੱਗਦਾ ਢਹਿੰਦਾ ਪਾਪੀ ਤੁਰਿਆ ਜਾਂਦਾ ਬਾਜ਼ਾਰ ਦੇ ਵਿੱਚ ਦੀ। ਗੁਰ ਦਰੋਹੀ ਕੂਕਰ ਕੀ ਭਾਂਤ। ਹੁਣ ਕਵੀ ਜੀ ਕਹਿੰਦੇ ਆ ਵੀ ਗੁਰੂ ਘਰ ਦਾ ਦੋਖੀ ਪਾਪੀ ਚੰਦੂ ਜਿਹੜਾ ਕੁੱਤੇ ਵਰਗੀ ਹਾਲਤ ਪ੍ਰਾਪਤ ਕਰ ਰਿਹਾ ਵੈ। ਕੋ ਕੋਠਨ ਕੋ ਦਵਾਰਨ ਖਰੀ। ਮਾਈਆਂ ਜਿਹੜੀਆਂ ਨਾ ਲਾਹੌਰ ਦੀਆਂ ਕੋਈ ਛੱਤਾਂ ਤੇ ਚੜ ਚੜ ਕੇ, ਕੋਈ ਆਪਣੀਆਂ ਕੋਠੀਆਂ ਚਬਾਰਿਆਂ ਤੇ ਚੜ ਕੇ ਵਹਿੰਦੀਆਂ ਹਨ। ਕਿਤਕ ਅਟਾਰਨ ਉਪਰ ਚਰੀ। ਕਈ ਮਾਈਆਂ ਉੱਚੀਆਂ ਅਟਾਰੀਆਂ ਤੇ ਚੜ ਚੜ ਕੇ ਚੰਦੂ ਦਾ ਹਾਲ ਵੇਖਦੀਆਂ ਹਨ। ਪਰਦੇ ਬੀਚ ਝਰੋਖਨ ਹੇਰ ਹੈ। ਕਈ ਪਰਦਿਆਂ ਵਿੱਚ ਦੀਵੇ ਦੀਆਂ, ਕਈ ਆਪਣੇ ਝਰੋਖੇ ਜਿਹਨੂੰ ਅੱਜ ਕੱਲ੍ਹ ਬਾਲਕੋਨੀਆਂ ਕਹਿੰਦੇ ਆ, ਝਰੋਖਿਆਂ ਦੇ ਵਿੱਚ ਦੀ ਬਾਲਕੋਨੀਆਂ ਦੇ ਵਿੱਚੋਂ ਦੀ ਵੇਖਦੀਆਂ ਹਨ। ਰੋਰ ਪਰਤ ਜਿਤ ਜਿਤ ਪੁਰ ਫੇਰ ਹੈ। ਤੋ ਕਵੀ ਜੀ ਕਹਿੰਦੇ ਜਿੱਧਰ ਜਿੱਧਰ ਚੰਦੂ ਨੂੰ ਭਾਈ ਜੇਠਾ ਜੀ ਲਿਜਾਂਦੇ ਆ ਨਾ, ਉਧਰ ਉਧਰ ਹੀ ਬੜਾ ਰੌਲਾ ਪੈਂਦਾ ਜਾਂਦਾ। ਉੱਚੀ ਉੱਚੀ ਜਵਾਕ ਗਾਣੇ ਗੀਤ ਗਾਉਂਦੇ ਆ, ਗਾਲਾਂ ਕੱਢਦੇ ਆ। ਤੋ ਇਸ ਤਰ੍ਹਾਂ ਭਾਂਡੇ ਲੈ ਲੈ ਕੇ ਨਿਆਣੇ ਖੜਕਾਉਂਦੇ ਆ। ਜਿੱਧਰ ਜਿੱਧਰ ਵੀ ਜਾਂਦਾ ਚੰਦੂ, ਸਾਰੇ ਲਾਹੌਰ ਵਿੱਚ ਉਧਰ ਆਵਾਜ਼ਾਂ ਆਉਂਦੀਆਂ, ਰੌਲੇ ਪੈਂਦੇ ਆ, ਗਾਲਾਂ ਦੀ ਆਵਾਜ਼ ਆਉਂਦੀ ਹੈ। ਨਿਜ ਨਿਜ ਕਾਰ ਤਿਆਗ ਸਭ ਧਾਵੈ। ਘਰ ਦੀਆਂ ਮਾਈਆਂ ਕੀ ਬਜ਼ੁਰਗ ਵੱਡੇ ਛੋਟੇ ਸਭ ਆਪੋ ਆਪਣੇ ਘਰਾਂ ਦੇ ਕੰਮ ਛੱਡ ਛੱਡ ਵੇਖਣ ਜਾ ਰਹੇ ਆ। ਦੇਖ ਤਿਕਾਰ ਹੈ ਗਾਰ ਸੁਣਾਵੈ। ਕਿ ਗਾਲਾਂ ਕੱਢਦੇ ਚੰਦੂ ਨੂੰ ਫਿੱਟ ਲਾਣਤਾਂ ਪਾਉਂਦੇ ਹਨ। ਗਰੀ ਗਰੀ ਮਹਿ ਫੇਰਨ ਕੀਨਾ। ਉਹ ਇਸ ਤਰ੍ਹਾਂ ਭਾਈ ਜੀ ਨੇ ਪਾਪੀ ਨੂੰ ਗਲੀ ਗਲੀ ਦੇ ਵਿੱਚ ਫੇਰਨਾ ਕੀਤਾ, ਗਲੀਆਂ ਗਲੀਆਂ ਵਿੱਚ ਇਹਨੂੰ ਜੁੱਤੀਆਂ ਮਰਵਾਈਆਂ ਪਵਾਈਆਂ ਹਨ। ਬੀਚ ਬਾਜ਼ਾਰਨ ਸਭ ਦਿਖ ਲੀਨਾ। ਸਾਰਾ ਬਾਜ਼ਾਰ ਫਰਾਇਆ ਲਾਹੌਰ ਦਾ, ਡੱਬੀ ਬਾਜ਼ਾਰ ਤੋਂ ਆਦ ਸਾਰੇ ਬਾਜ਼ਾਰਾਂ ਵਿੱਚ ਭਾਈ ਜੇਠਾ ਜੀ ਨੇ ਚੰਦੂ ਨੂੰ ਸੈਰ ਕਰਵਾਈ ਹੈ। ਕਰਮ ਕਾਲ ਤੇ ਤਹ ਚੱਲ ਆਇਓ। ਕਹਿੰਦੇ ਹੁਣ ਇਹਦਾ ਕੋਈ ਕਰਮ ਕਾਲ, ਮੌਤ ਨੇੜੇ ਆਈ ਸੀ ਚੰਦੂ ਵਿਚਾਰੇ ਦੀ,
ਤੇ ਚੱਲਦਾ ਹੋਇਆ ਨਾ ਉੱਥੋਂ ਤੁਰਦਾ ਹੋਇਆ ਤੇ ਉਸ ਗਲੀ ਵਿੱਚ ਆ ਪਹੁੰਚਿਆ ਹੈ। ਗੁਰ ਹਿਤ ਜਹ ਤੇ ਰੇਤ ਮੰਗਾਇਓ। ਜਿਸ ਗਲੀ ਚੋਂ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵਾਸਤੇ ਨੇ ਰੇਤਾ ਮੰਗਾਇਆ ਸੀ ਨਾ, ਤੱਤਾ ਗੁਰਦਿੱਤਾ ਪੜਪੂੰਜਾ ਨਾਮ ਆਉਂਦਾ ਉਹ ਭੱਠ ਵਾਲੇ ਦਾ, ਉਹਦੇ ਤੋਂ ਇਹਨੇ ਰੇਤ ਮੰਗਵਾਈ ਸੀਗੀ। ਚਲੋ ਹੁਕਮ ਚੱਲਦਾ ਸੀ ਇਹਦਾ, ਉਸੇ ਤੋਂ ਇਹਨੇ ਕੜਛੇ ਭਰ ਭਰ ਹਜ਼ੂਰ ਦੇ ਸਿਰ 'ਚ ਰੇਤਾ ਪਵਾਈ ਸੀਗੀ। ਅਤੇ ਇਹਦੀ ਮਾੜੀ ਕਿਸਮਤ ਚੰਦੂ ਦੀ, ਭਾਈ ਜੇਠਾ ਜੀ ਲਾਹੌਰ ਦੀਆਂ ਗਲੀਆਂ 'ਚ ਫੇਰਦੇ ਫੇਰਦੇ ਅਤੇ ਇਹ ਚੰਦੂ ਉਹ ਗਲੀ ਵਿੱਚ ਆ ਗਿਆ ਜਿੱਥੇ ਗੁਰਦਿੱਤੇ ਪੜਪੂੰਜੇ ਦਾ ਭੱਠ ਸੀਗਾ। ਅਤੇ ਪੜਪੂੰਜੇ ਦੇ ਭੱਠ ਵਾਲੀ ਗਲੀ ਵਿੱਚ ਜਦੋਂ ਆਣ ਪਹੁੰਚਿਆ ਹੈ, ਅਗਣਤ ਪਾਵਤ ਉਪਰ ਡਾਰਿਓ। ਜਿੱਥੇ ਨੇ ਅੱਗ ਤਪਾਈ ਸੀ ਜਿਹੜੇ ਪੜਪੂੰਜੇ ਦੇ ਪਾਸੋਂ, ਤੇ ਜਿਸ ਦੇ ਪਾਸੋਂ ਇਹਨੇ ਸਤਿਗੁਰਾਂ ਦੇ ਸੀਸ ਤੇ ਰੇਤਾ ਪਵਾਇਆ ਸੀ, ਤਿਸ ਪਠਿਆਰੇ ਦੁਸ਼ਟ ਨਿਹਾਰਿਓ। ਉਹ ਭੱਠੀ ਵਾਲਾ ਜਿਹੜਾ ਪੜਪੂੰਜਾ ਉਹਨੇ ਦੂਰੋਂ ਆਉਂਦਾ ਚੰਦੂ ਵੇਖ ਲਿਆ। ਜਦੋਂ ਉਹਨੇ ਪਾਪੀ ਦੁਸ਼ਟ ਚੰਦੂ ਨੂੰ ਆਪਦੇ ਵੱਲ ਗਲੀ ਦੇ ਵਿੱਚ, ਜਿਵੇਂ ਭੱਠ ਆਪਾਂ ਵੇਖੇ ਹੀ ਨਾ, ਉਹ ਖਿੱਲਾਂ ਜੀਆਂ ਭੁੰਨਣ ਵਾਲੇ ਉਹ ਤੰਦੂਰ ਵਾਂਗੂ ਬਾਹਰ ਲਾਏ ਹੁੰਦੇ, ਅਤੇ ਇਹਦਾ ਗਲੀ ਦੇ ਜਿਵੇਂ ਅੱਧ ਜੇ 'ਚ ਵਿਚਾਲੇ ਜੇ ਬਾਹਰ ਸਾਹਮਣੇ ਭੱਠ ਸੀਗਾ। ਜਦੋਂ ਇਹਨੇ ਚੰਦੂ ਆਉਂਦਾ ਆਪਦੇ ਵਾਲੇ ਪਾਸੇ ਵੇਖਿਆ ਹੈ, ਮਹਾ ਕ੍ਰੋਧ ਜਿਸ ਕੇ ਉਰ ਛਾਇਓ। ਤੇ ਇਹਨੂੰ ਗੁੱਸਾ ਤਾਂ ਅੱਗੇ ਹੀ ਬੜੇ ਚਿਰ ਦਾ ਸੀ ਵੀ ਲੋਕ ਮੈਨੂੰ ਵੀ ਲਾਣਤਾਂ ਪਾਉਂਦੇ, ਕਿਉਂਕਿ ਸਾਰਿਆਂ ਨੇ ਇਹਦਾ ਵੀ ਭਾਂਡਾ ਤਿਆਗ ਦਿੱਤਾ ਸੀ ਵੀ ਤੂੰ ਕਿਉਂ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤੀ ਦੇ ਪੁੰਜ ਦੇ ਸੀਸ 'ਚ ਰੇਤਾ ਪਾਇਆ। ਹੁਣ ਇਹ ਵਿਚਾਰਾ ਮਜਬੂਰ ਕੀਤਾ ਕਿ ਇਹਦਾ ਪਰਿਵਾਰ ਫੜ ਲਿਆ ਸੀ ਇਹ ਪਾਪੀ ਚੰਦੂ ਨੇ। ਅਤੇ ਜਦੋਂ ਇਹ ਚੰਦੂ ਪਾਪੀ ਆਇਆ, ਇਹਨੇ ਸਿਆਣਿਆਂ ਚੰਦੂ ਨੂੰ ਆਉਂਦਾ ਵੇਖਿਆ, ਪਤਾ ਤਾਂ ਲੱਗ ਹੀ ਗਿਆ ਸੀ ਲਾਹੌਰ ਲਿਆਏ ਹੋਏ ਮਹਾਰਾਜ। ਬੜਾ ਦੁੱਖ ਲੱਗਾ ਚੰਦੂ ਨੂੰ ਵੇਖ ਕੇ, ਬੜਾ ਦੁਖੀ ਹੋਇਆ, ਜਾਂ ਕਹਿ ਲਓ ਵੀ ਇਹਦੇ ਮਨ ਵਿੱਚ ਗੁੱਸਾ ਬਹੁਤ ਸੀ ਪਹਿਲਾਂ ਤੋਂ ਲੈ ਕਰਕੇ। ਦੇਖ ਨਾ ਸਕਹਿ ਆਏ ਅਗਵਾਇਓ। ਚੰਦੂ ਤੁਰਿਆ ਆਉਂਦਾ ਅੱਗੇ ਲੱਗਾ ਸਾਰਿਆਂ ਦੇ, ਇਹਦੇ ਤੋਂ ਵੇਖ ਕੇ ਰਹਿ ਨਹੀਂ ਹੋਇਆ ਹੈ। ਕੜਛਾ ਤਪਤ ਹੁਤੋ ਤਿਸ ਹਾਥ। ਤੇ ਇਹ ਖਿੱਲਾਂ ਛੱਲੀਆਂ ਜਿਹੜੀਆਂ ਹੁੰਦੇ ਫੁੱਲੇ ਜਿਹੇ ਆਦਿਕ ਭੁੰਨੀ ਜਾਂਦਾ ਸੀ, ਤੇ ਤੱਤਾ ਕੜਛਾ ਵੱਡਾ ਪਲਟਾ ਇਹਦੇ ਹੱਥ ਵਿੱਚ ਸੀ ਉਸ ਸਮੇਂ ਜਦੋਂ ਚੰਦੂ ਆਇਆ ਹੈ। ਇਤ ਉਤ ਰੇਤ ਕਰਹਿ ਤਿਸ ਤਿਹ ਸਾਥ। ਤੇ ਰੇਤਾ ਹਿਲਾਉਂਦਾ ਪਿਆ ਸੀ ਉਹ ਪਲਟੇ ਦੇ ਨਾਲ, ਜਿਵੇਂ ਕਹਿ ਲਓ ਆ ਭੁੰਨਦੇ ਹੁੰਦੇ ਆ ਦਾਣੇ, ਦਾਣੇ ਭੁੰਨਦਾ ਹੋਇਆ ਤੇ ਰੇਤਾ ਹਿਲਾਈ ਜਾਂਦਾ ਸੀ। ਅੱਗ ਦੇ ਰੇਤ ਦੇ ਤੱਤੀ ਦੇ ਨਾਲ ਪਲਟਾ ਬਹੁਤ ਤੱਤਾ ਗਰਮ ਤੇ ਅੱਗ ਨਾਲ ਰੇਤ ਨਾਲ ਤਿੱਖਾ ਵੀ ਹੋਇਆ ਸੀਗਾ। ਨਿਕਟ ਹੋਏ ਜਬ ਉਲੰਘਣ ਲਾਗਾ। ਜਦੋਂ ਚੰਦੂ ਇਹਦੀ ਗਲੀ ਦੇ ਅੱਗੋਂ ਇਹਦੀ ਭੱਠ ਦੇ ਮੂਹਰਿਓਂ ਲੰਘਣ ਲੱਗਾ ਹੈ ਨਾ, ਜਦੋਂ ਐਨ ਸਾਹਮਣੇ ਚੰਦੂ ਇਹਦੇ ਪਾਸੋਂ ਲੰਘਿਆ ਹੈ, ਬ੍ਰਿੰਦ ਬਾਲ ਕੇ ਪਾਛੇ ਆਗਾ। ਜਿਸ ਦੇ ਮਗਰ ਅੱਗੇ ਪਿੱਛੇ ਬੜੇ ਬਾਲਕ ਬੱਚੇ ਤੁਰੇ ਆਉਂਦੇ ਹਨ। ਰੌਰ ਪਰਤ ਜਿਸ ਕੇ ਸੰਗ ਆਵਤ। ਕਹਿੰਦੇ ਰੌਲਾ ਪੈਂਦਾ ਆਉਂਦਾ ਜਿਸ ਚੰਦੂ ਦੇ ਆਲੇ ਦੁਆਲੇ, ਐਨ ਜਦੋਂ ਭੱਠ ਦੇ ਸਾਹਮਣੇ ਆਇਆ ਹੈ। ਭਰੂਆ ਵੱਡੋ ਸਮੂਹ ਅਲਾਵਤ। ਤੇ ਸਾਰੇ ਬਾਲਕ ਜਿੰਨੇ ਵੀ ਲੋਕ ਇਹਨੂੰ ਵੱਡਾ ਭੜੂਆ ਆਖ ਰਹੇ, ਪਾਪੀ ਆਖ ਰਹੇ ਚੰਦੂ ਨੂੰ। ਰੌਰ ਪਸਤ ਜਿਸ ਕੇ ਸੰਗ ਆਵਤ। ਬੜਾ ਰੌਲਾ ਪੈਂਦਾ ਇਸ ਦੇ ਨਾਲ ਆ ਰਿਹਾ ਹੈ। ਭਰੂਆ ਵੱਡੋ ਸਮੂਹ ਅਲਾਵਤ। ਸਾਰੇ ਨੂੰ ਵੱਡਾ ਭੜੂਆ ਪਾਪੀ ਆਖ ਰਹੇ, ਪਾਪੀ ਚੰਦੂ ਹੈ। ਰਿਸ ਤੇ ਕਰਛਾ ਤਪਤ ਉਠਾਇਓ। ਤੇ ਉਧਰੋਂ ਇਹ ਚੰਦੂ ਇਹਦੀ ਦੁਕਾਨ ਦੇ ਕੋਲੋਂ ਭੱਠ ਦੇ ਸਾਹਮਣੇ ਆ ਗਿਆ, ਤੇ ਇਹਨੇ ਚੁੱਕਿਆ ਪਲਟਾ ਵੱਡਾ ਜਿਹੜਾ ਰੇਤੇ ਨਾਲ ਗਰਮ ਹੋਇਆ ਸੀ ਤੇ ਤਿੱਖਾ ਬਹੁਤ ਹੈ ਸੀ। ਗੁਰ ਦਰੋਹੀ ਕੀ ਦਿਸ਼ਾ ਚਲਾਇਓ। ਤੇ ਇਹਨੇ ਦੂਰੋਂ ਹੀ ਨਾ ਸਾਹਮਣੇ ਗਲੀ ਦੇ ਜਦੋਂ ਲੰਘਿਆ ਤੇ ਖੜੇ ਹੋਏ ਭੱਠ ਤੇ ਇਹਨੇ ਹੱਥ ਵਾਲਾ ਕੜਛਾ ਹੀ ਜਿਹੜਾ ਜਿਹਦੇ ਨਾਲ ਗੁਰੂ ਸਾਹਿਬ ਦੇ ਸੀਸ 'ਚ ਰੇਤਾ ਪਵਾਈ ਸੀ, ਇਹ ਪਾਪੀ ਚੰਦੂ ਨੇ ਉਹੀ ਕੜਛਾ ਚੁੱਕ ਕੇ ਤੇ ਦੂਰੋਂ ਚਲਾਵਾ ਮਾਰਿਆ ਹੈ। ਮਹਾਪਾਤ ਕੀ ਆਵਤ ਨੇੜੇ। ਤੇ ਮੂੰਹ ਆਖਿਆ ਪੜਪੂੰਜਾ, ਕਹਿੰਦਾ ਉਹ ਮਹਾਪਾਪੀਆ, ਪਹਿਲਾਂ ਵੀ ਤੂੰ ਆਇਆ ਸੈਂ ਲਾਹੌਰ ਵਿੱਚ ਤੇ ਵੱਡੀ ਕਿਆਮਤ ਆਈ ਸੀ, ਗੁਰੂ ਸਾਹਿਬ ਨੂੰ ਸ਼ਹੀਦ ਕੀਤਾ, ਤੇ ਪਾਪੀਆ ਕਿੱਧਰ ਮੇਰੇ ਭੱਠ ਦੇ ਲਾਗੇ ਤੁਰਿਆ ਆਉਂਦਾ ਹੈ। ਦੇ ਪਰਛਾਵੋਂ ਜਾਹੋ ਪਰੇਰੇ। ਜਾ ਮਗਰੋਂ ਪਰਾਂ ਦਫਾ ਹੋ, ਮਗਰੋਂ ਲੈ ਮੇਰਿਓ, ਤੇਰਾ ਪਰਛਾਵਾਂ ਪਿਆ ਵੀ ਮੇਰੇ ਤੇ ਮਾੜਾ। ਇੰਨਾ ਕਹਿੰਦਿਆਂ ਹੋਇਆਂ ਨਾ ਇਹ ਪੜਪੂੰਜੇ ਨੇ ਚੁੱਕਿਆ ਪਲਟਾ ਤੇ ਜ਼ੋਰ ਨਾਲ ਚਲਾਵਾਂ ਚੰਦੂ ਵਾਲੇ ਪਾਸੇ ਮਾਰਿਆ ਹੈ। ਕਰਛਾ ਲੋਹ ਗਰਵ ਅਤ ਤਾਤੋ। ਕਹਿੰਦੇ ਹੁਣ ਕੜਛਾ ਤਿੱਖਾ ਬਹੁਤ ਸੀਗਾ ਰੇਤੇ ਵਿੱਚ ਚੱਲ ਚੱਲ ਕੇ ਤੇ ਗਰਮ ਵੀ ਹੋਣ ਕਰਕੇ। ਲੱਗਿਓ ਦੁਸ਼ਟ ਕੇ ਉਧਰ ਵਿਘਾਤੋ। ਤੇ ਚਲਾਵਾ ਮਾਰਿਆ ਹੋਇਆ ਕੜਛਾ ਤੇ ਚੰਦੂ ਦੇ ਪਿੰਡਿਓਂ, ਕਿਉਂਕਿ ਸਰੀਰ ਨਗਨ ਕੀਤਾ ਹੋਇਆ ਸੀ ਚੰਦੂ ਦਾ, ਸਿੱਖਾਂ ਨੇ ਚਲਾਇਆ ਹੋਇਆ ਪਲਟਾ ਕੜਛਾ ਮਾਰਿਆ ਹੋਇਆ ਪੜਪੂੰਜੇ ਦਾ ਤੇ ਚੰਦੂ ਦੇ ਪੇਟ ਤੇ ਜਾ ਕੇ ਵੱਜਿਆ ਹੈ। ਤੀਛਨ ਕੋਰ ਚਰਮ ਕੋ ਚੀਰਾ। ਤੇ ਹੁਣ ਢਿੱਡ ਦਾ ਮਾਸ ਕੂਲਾ ਹੁੰਦਾ ਤੇ
ਜਿਹੜਾ ਤਿੱਖਾ ਪਲਟਾ ਜਦੋਂ ਪੇਟ ਤੇ ਵੱਜਿਆ ਤੇ ਉਹਨੇ ਢਿੱਡ ਪਾੜ ਸੁੱਟਿਆ ਹੈ। ਮਨਹੁ ਚਹਿਤ ਮਿਸ ਅਸਤ ਸਰੀਰਾ। ਕਹਿੰਦੇ ਚੰਦੂ ਐਂ ਕਹਿ ਲਓ ਵੀ ਮੌਤ ਪ੍ਰੇਰ ਕੇ ਇੱਥੇ ਲੈ ਆਈ ਐ ਇਹਨੂੰ, ਤੇ ਆਪਦੇ ਮੌਤ ਜਿਹੜਾ ਜ਼ਿੰਦਗੀ ਦਾ ਆਪ ਹੀ ਸਮਾਪਤਾ ਕਰਨਾ ਚਾਹੁੰਦਾ ਹੋਵੇ। ਆਤਰੈ ਨਿਕਸ ਗਿਰੀ ਧਰ ਮਾਹੀ। ਉਹ ਕੜਛਾ ਵੱਜਦਿਆਂ ਸਾਰ ਢਿੱਡ ਪਾਟਿਆ ਤੇ ਜਿਹੜੀਆਂ ਅੰਤੜੀਆਂ ਹੁੰਦੀਆਂ ਖਲਸਾ ਜੀ ਉਹ ਧਰਤੀ ਤੇ ਢੇਰੀ ਹੋ ਗਈਆਂ। ਵੱਜਦਿਆਂ ਸਾਰ ਪੇਟ ਦੀਆਂ ਨਾੜਾਂ ਆਂਦਰਾਂ ਸਭ ਬਾਹਰ ਡਿੱਗ ਪਈਆਂ ਹਨ। ਪਰਿਓ ਧਰਾ ਮੁਖ ਹਾਏ ਸੋ ਪ੍ਰਾਹੀ। ਤੇ ਦੜਮਦੇ ਨੇ ਮੂਧੜੇ ਮੂੰਹ ਪਿੱਛੇ ਭਾਰ ਜਿਹੜਾ ਇਹ ਚੰਦੂ ਪਾਪੀ ਡਿੱਗ ਪਿਆ ਧਰਤੀ ਦੇ ਉੱਪਰ, ਤੇ ਮੁਖੋਂ ਹਾਏ ਹਾਏ ਦੀ ਆਵਾਜ਼ ਆਉਂਦੀ ਹੈ। ਗਿਰਤਿਓ ਸੰਕਟ ਪਾਏ ਉਚਾਰਿਓ। ਕਹਿੰਦੇ ਬੜਾ ਦੁਖੀ ਹੋਇਆ, ਡਿੱਗਦਿਆਂ ਸਾਰ ਲੱਤਾਂ ਧੂੰਦਾ, ਅੱਡੀਆਂ ਮਾਰਦਾ, ਬੜਾ ਚੀਕਾਂ ਚਿਹਾੜੇ ਪਾਉਂਦਾ, ਬੜਾ ਦੁਖੀ ਹੁੰਦਾ ਹੈ। ਹਰਿ ਗੋਬਿੰਦ ਮੋਹਿ ਅਵਗਤ ਮਾਰਿਓ। ਤੇ ਮੁਖੋਂ ਇਹ ਆਵਾਜ਼ ਨਿਕਲੀ ਹੈ, ਹਰ ਗੋਬਿੰਦ ਮੋਹਿ ਅਵਗਤ ਮਾਰਿਓ। ਹੇ ਗੁਰੂ ਹਰਗੋਬਿੰਦ ਸਾਹਿਬ, ਤੂੰ ਮੈਨੂੰ ਬਹੁਤ ਔਖੀ ਮੌਤ ਮਾਰਿਆ। ਜਾਂਦੇ ਹੋਏ ਚੰਦੂ ਦੇ ਮੁਖੋਂ ਕੇਵਲ ਇਹੀ ਬਚਨ ਨਿਕਲਿਆ, ਹਰ ਗੋਬਿੰਦ ਮੋਹਿ ਅਵਗਤ ਮਾਰਿਓ। ਹੇ ਗੁਰੂ ਹਰਗੋਬਿੰਦ ਸਾਹਿਬ, ਮੈਨੂੰ ਬੜੀ ਔਖੀ ਮੌਤੇ ਮਾਰਿਆ, ਬਹੁਤ ਤੜਫ ਤੜਫ ਕੇ ਮੈਂ ਬੜਾ ਦੁਖੀ ਹੋ ਕੇ ਮਰ ਰਿਹਾ ਹਾਂ। ਸੁਤਾ ਨ ਜਨਮੀ ਬਦਲਾ ਕੋਈ। ਤੇ ਕਹਿੰਦਾ ਮੇਰੇ ਘਰ ਵਿੱਚ ਧੀ ਕਾਹਦੀ ਜੰਮ ਪਈ, ਕਿਸੇ ਸਮੇਂ ਦਾ ਪਾਪ ਹੀ ਅੱਜ ਮੈਥੋਂ ਬਦਲਾ ਲੈਣ ਆਇਆ ਹੋਵੇ, ਉਹਦੇ ਕਰਕੇ ਸਾਰਾ ਕੁਝ ਹੋਇਆ। ਕੀਤਾ ਚਾਹੇ ਆਪ ਦਾ ਹੀ ਹੈ ਇਹਦਾ, ਪਰ ਉਹ ਵਿਧੀ ਉਹ ਬਣਨ ਕਰਕੇ ਕੋਸਦਾ ਹੈ। ਜਿਸ ਉਪਜੇ ਮਮ ਅਸਗਤ ਹੋਈ। ਜਿਸ ਦੇ ਪੈਦਾ ਹੋਣ ਕਰਕੇ ਸਾਰਾ ਕੁਝ ਹੋਇਆ, ਰਿਸ਼ਤੇ ਆਉਣੇ, ਜਵਾਬ ਦੇਣੇ, ਮੇਰੇ ਮੂੰਹੋਂ ਬਚਨ ਨਿਕਲਣੇ। ਅਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਮੇਰੇ ਗੁੱਸੇ ਈਰਖਾ ਦੇ ਵਸ ਹੁੰਦਿਆਂ ਕੀਤੀ ਮੈਂ, ਤੇ ਅੱਜ ਉਸੇ ਦਾ ਫਲ ਮੈਂ ਉਸੇ ਲਾਹੌਰ ਦੀ ਗਲੀ ਵਿੱਚ ਅੱਡੀਆਂ ਰਗੜ ਰਗੜ ਕੇ ਮਰ ਰਿਹਾ, ਅੰਦਰਾਂ ਮੇਰੀਆਂ ਬਾਹਰ ਡਿੱਗੀਆਂ ਪਈਆਂ। ਇਸ ਤਰ੍ਹਾਂ ਸੋਚਦਾ ਵਿਚਾਰਦਾ ਚੰਦੂ ਹਾਏ ਹਾਏ ਕਰਦਾ ਹੈ, ਹੇ ਗੁਰੂ ਹਰਗੋਬਿੰਦ ਸਾਹਿਬ, ਬੜੀ ਕਮੌਤੇ ਮਾਰਿਆ ਹੈ। ਪੀਰਾ ਪਰਮ ਪਾਏ ਕਹਿ ਹਾਏ। ਬੜੀ ਪੀੜ ਮਨਾਉਂਦਾ ਹੈ ਚੰਦੂ, ਅੱਡੀਆਂ ਰਗੜਦਾ ਹੈ, ਹਾਏ 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 ਦੀ ਆਵਾਜ਼ ਮਾਰਦਾ ਹੈ, ਚੀਕਾਂ ਚਿਹਾੜੇ ਪਾਉਂਦਾ ਹੈ। ਸਫਰੀ ਜਿਮ ਤਰਫਿਓ ਬਿਲ ਲਾਏ। ਕਵੀ ਜੀ ਕਹਿੰਦੇ ਜਿਵੇਂ ਪਾਣੀ ਤੋਂ ਬਾਹਰ ਕੱਢੀ ਹੋਈ ਮੱਛੀ ਤੜਫਦੀ ਹੈ, ਚੰਦੂ ਦੀ ਅੱਜ ਪਾਣੀ ਤੋਂ ਬਿਨਾਂ ਮੱਛੀ ਵਾਲੀ ਹਾਲਤ ਹੈ। ਲੋਟਤ ਅਵਨੀ ਹੋਤ ਬਿਹਾਲਾ। ਕਦੇ ਮੂਧਾ ਹੁੰਦਾ ਟੇਢਾ, ਲੇਟਦਾ ਧਰਤੀ ਦੇ ਉੱਪਰ, ਚੀਕਾਂ ਚਿਹਾੜੇ ਹਾੜੇ ਹਾੜੇ ਕੱਢਦਾ ਹੈ। ਲੋਕ ਬਿਲੋਕਤ ਗਣ ਤਿਸ ਕਾਲਾ। ਸਾਰੇ ਲਾਹੌਰ ਦੇ ਲੋਕ ਚੰਦੂ ਨੂੰ ਤੜਫਦਾ ਹੋਇਆ ਵੇਖਦੇ, ਸਾਰਾ ਸਰੀਰ ਖੂਨ ਨਾਲ ਭਿੱਜਿਆ ਹੋਇਆ ਹੈ। ਗਾਰੀ ਦੇਤ ਕਹੈ ਮਰ ਪਾਪੀ। ਕੋਈ ਇਹਦਾ ਹਮਦਰਦੀ ਨਹੀਂ ਲਾਹੌਰ ਵਿੱਚ, ਸਾਰੇ ਕਹਿੰਦੇ ਮਰ ਹੁਣ ਪਾਪੀਆ, ਜੋ ਕੀਤਾ ਉਹਦਾ ਫਲ ਭਰ, ਮਰ ਜਾ ਇੱਥੇ ਹੀ ਹੁਣ, ਮਰੇਗਾ। ਰਗੜ ਰਗੜ ਕੇ ਅੱਡੀਆਂ ਗਾਲਾਂ ਕੱਢਦੇ ਹਨ ਪਾਪੀ ਚੰਦੂ ਦੇ ਤਾਈ। ਤਸ ਭੁਗਤ ਹੋ ਜਸ ਕੀਨਸ ਆਪੀ। ਜਿਹੜਾ ਪਾਪ ਤੂੰ ਕੀਤਾ ਨਾ ਚੰਦੂ, ਇਹ ਉਸੇ ਦਾ ਹੀ ਫਲ ਹੈ, ਤੇ ਭੁਗਤਣਾ ਹੁਣ ਤੈਂ ਹੀ ਹੈ। ਕਿਸ ਕੇ ਦਇਆ ਨਾ ਮਨ ਮੈਂ ਆਵੇ। ਉਹ ਕਵੀ ਜੀ ਕਹਿੰਦੇ ਕਿੰਨੇ ਲਾਹੌਰ ਵਿੱਚ ਲੋਕ ਸੀ, ਕਿਸੇ ਦੇ ਵੀ ਮਨ ਵਿੱਚ ਚੰਦੂ ਵਾਸਤੇ ਦਇਆ ਨਹੀਂ ਆਈ ਹੈ। ਅਵਗਣਿਆਰੇ ਮਾਨਸ ਹੈ ਭੜੋ ਨਾ ਕਹਿ ਹੈ ਕੋਈ, ਚੋਰ ਕੀ ਹਾਮਾ ਭਰੇ ਨਾ ਕੋਈ ਚੋਰ ਕੀਆ, ਚੰਗਾ ਕਿਉ ਹੋਏ। ਲਖ ਹੈ ਪਾਤ ਕੀ ਕੋਪ ਉਪਾਵੈ। ਕੋਈ ਹਮਦਰਦੀ ਨਹੀਂ, ਸਗੋਂ ਸਾਰੇ ਠੁੱਡੇ ਮਾਰਦੇ ਚੰਦੂ ਨੂੰ, ਤੜਫਦੇ ਹੋਏ ਨੂੰ। ਸਾਰੇ ਹੀ ਇਹਦੇ ਵਿਰੋਧੀ ਹੈ, ਜਾਣਦੇ ਆ ਵੀ ਇਹ ਵੱਡਾ ਪਾਪੀ ਆ, ਜਿੰਨੀ ਛੇਤੀ ਮਰੇਗਾ ਧਰਤੀ ਤੋਂ ਓਨਾ ਹੀ ਬੋਝ ਹੌਲਾ ਹੋਣਾ ਹੈ। ਏਮ ਨਰ ਗਣ ਹੀਰ ਹੈ ਤਿਸ ਥਾਨ। ਤੋ ਕਵੀ ਜੀ ਕਹਿੰਦੇ ਇਸ ਤਰ੍ਹਾਂ ਬੜੀਆਂ ਸੰਗਤਾਂ ਲਾਹੌਰ ਦੀਆਂ ਚੰਦੂ ਨੂੰ ਤੜਫਦਾ ਵੇਖ ਵੇਖ ਹੱਸਦੀਆਂ ਹਨ। ਅਤ ਸੰਕਟ ਤੇ ਛੂਟ ਹੈ ਪ੍ਰਾਨ। ਤੇ ਬੜਾ ਔਖਾ ਹੋ ਕੇ ਅੱਡੀਆਂ ਰਗੜ ਰਗੜ ਕੇ ਚੰਦੂ ਪਾਪੀ ਜਿਹੜਾ ਵਾ ਨਰਕ ਨੂੰ ਸੁਧਾਰਿਆ ਹੈ। ਚੌਹਦੇ ਛਮਾਖੀ ਕੋ ਸਮੁਦਾਏ। ਤੇ ਕਿੰਨਾ ਸਮਾਂ ਸਾਧ ਸੰਗਤ ਜੀ ਦਾ ਸਰੀਰ ਇੱਥੇ ਰੁਲਦਾ ਰਿਹਾ, ਤੇ ਸਰੀਰ ਉੱਪਰ ਚਾਰ ਚਫੇਰੇ ਮੱਖੀਆਂ ਭਿਣਕਦੀਆਂ ਹਨ। ਦੇਖਤ ਮਨ ਗਿਲਾਨ ਉਪਜਾਏ। ਜਿਹਨੂੰ ਕਿਉਂਕਿ ਸਰੀਰ ਤਾਂ ਪਹਿਲਾਂ ਹੀ ਗਲਿਆ ਹੋਇਆ ਸੀ ਬੜੇ ਸਮੇਂ ਤੋਂ ਇਹਦਾ, ਮੱਖੀਆਂ ਬਹਿੰਦੀਆਂ ਇਹਦੇ ਸਾਰੇ ਸਰੀਰ ਤੇ, ਲਾਗੇ ਲੱਗਣ ਨੂੰ ਜੀ ਨਹੀਂ ਕਰਦਾ, ਬਦਬੂ ਆਉਂਦੀ, ਅੰਦਰਾਂ ਇਹਦੀਆਂ ਅੰਤੜੀਆਂ ਬਾਹਰ ਪਈਆਂ, ਤੇ ਪੇਟ ਪਾਟਾ ਹੋਇਆ, ਖੂਨ ਨਾਲ ਲੋਥ ਇਹਦੀ ਲੱਥਪੱਥ ਹੋ ਰਹੀ ਹੈ। ਵੇਖ ਕੇ ਕਹਿੰਦੇ ਗਲਾਨੀ ਆਉਂਦੀ ਹੈ, ਜਿਹੜਾ ਕੋਲ ਖੜਿਆ ਹੋਇਆ ਸਾਰਿਆਂ ਨੂੰ ਵਾਕੜ ਆਉਣ ਲੱਗ ਪੈਂਦੇ ਹਨ। ਹੁਕਮ ਜਗਤ ਪਰ ਸਭ ਅਨੁਸਾਰੀ। ਕਵੀ ਸੰਤੋਖ ਸਿੰਘ ਕਹਿੰਦੇ ਵੇਖੋ ਸਰੋਤਾ ਜਣੋ, ਉਹ ਚੰਦੂ ਜਿਹਦਾ ਹੁਕਮ ਸਾਰੇ ਭਾਰਤ ਵਰਸ਼ ਤੇ ਚੱਲਦਾ ਸੀ, ਸਾਰੇ ਭਾਰਤ ਦੇ ਲੋਕ ਜਿਹਦਾ ਪਾਣੀ ਭਰਦੇ ਸਨ। ਧਨ ਕੀ ਕਮੀ ਨਾ ਸਦਨ ਮਝਾਰੀ। ਜਿਸ ਚੰਦੂ ਦੀਵਾਨ ਦੇ ਘਰ ਵਿੱਚ ਮਾਇਆ ਦੀ ਕੋਈ ਕਮੀ ਨਹੀਂ ਸੀ, ਅੰਬਾਰਾਂ ਦੇ ਅੰਬਾਰ, ਕਿਧਰੇ ਵੱਡੇ ਵੱਡੇ ਮਹਿਲ, ਸੋਨੇ ਚਾਂਦੀ ਦੇ ਅੰਬਾਰ, ਨੌਕਰ ਚਾਕਰ, ਸਭ ਪਾਸੇ ਇਹਦੀ ਜੈ ਜੈਕਾਰ। ਸਾਰੇ ਭਾਰਤ ਵਰਸ਼ ਵਿੱਚ
ਜਿਸ ਚੰਦੂ ਦਾ ਕਦੇ ਹੁਕਮ ਚੱਲਦਾ ਸੀ। ਸਾਹੋ ਸਮੀਪ ਹਿਤੂ ਸਭ ਤੇ ਕੋਈ। ਬਾਦਸ਼ਾਹ ਦਾ ਬੜਾ ਨਜ਼ਦੀਕੀ ਹੋਇਆ ਸੀ, ਤੇ ਉਹ ਚੰਦੂ ਜਿਹਦੇ ਸਾਰੇ ਹੀ ਹਿਤੂ ਸਨ, ਕਿਸੇ ਸਮੇਂ ਸਾਰੇ ਚੰਦੂ ਦਾ ਪਾਣੀ ਭਰਦੇ, ਸਾਰੇ ਚੰਦੂ ਨੂੰ ਪ੍ਰੇਮ ਕਰਨ ਵਾਲੇ, ਘਰ ਵਿੱਚ ਧਨ ਦੀ ਕੋਈ ਕਮੀ ਨਹੀਂ, ਸਾਰੇ ਸੰਸਾਰ ਤੇ ਕਿਸੇ ਵੇਲੇ ਚੰਦੂ ਦਾ ਹੁਕਮ ਚੱਲਦਾ ਸੀ। ਗੁਰੂ ਕੋਪ ਤੇ ਅਸਗਤ ਹੋਈ। ਪਰ ਵੇਖ ਲਓ ਆ ਜਿਹੜੀ ਆਹ ਹਾਲਤ ਹੋਈ, ਕਿਉਂ ਹੋਈ? ਕਿਉਂਕਿ ਗੁਰੂ ਗੁੱਸੇ ਹੋਇਆ। ਤੋ ਜਿਹਦੇ ਨਾਲ ਕਵੀ ਜੀ ਕਹਿੰਦੇ ਜਿਹਦੇ ਤੇ ਗੁਰੂ ਕਰੋਪ ਹੋ ਜਾਂਦਾ ਹੈ ਨਾ ਧਨ ਸੁੱਖ ਦਿੰਦਾ ਉਹਨੂੰ, ਨਾ ਹੁਕਮ ਵਿੱਚ ਸੰਸਾਰ ਵਿੱਚ ਉਹਦਾ ਹੁਕਮ ਚੱਲਿਆ ਹੋਇਆ ਕੰਮ ਦਿੰਦਾ ਹੈ, ਸੁੱਖ ਦਿੰਦਾ ਹੈ। ਜਿੰਨਾ ਮਰਜ਼ੀ ਵੱਡਾ ਧਨਾੜ, ਜਿੰਨੇ ਮਰਜ਼ੀ ਸੁੱਖ ਹੋਣ, ਜਦੋਂ ਕਿਸੇ ਮਨੁੱਖ ਤੇ ਗੁਰੂ ਕੋਪ ਹੁੰਦਾ ਹੈ ਨਾ, ਜਾਂ ਜਿਹੜਾ ਗੁਰੂ ਘਰ ਨਾਲ ਖਾਲਸਾ ਜੀ ਮੱਥਾ ਲਾਉਂਦਾ ਹੈ, ਉਹਨਾਂ ਦੀ ਆਹ ਹਾਲਤ ਹੁੰਦੀ ਹੈ। ਚੰਦੂ ਦੇ ਕਿੰਨੇ ਘਰ ਵਿੱਚ ਸੁੱਖ ਸਹੂਲਤਾਂ ਸਨ, ਤੋ ਸਾਰਾ ਕੁਝ ਧਰਿਆ ਰਹਿ ਗਿਆ। ਜਦੋਂ ਗੁਰੂ ਕਰੋਪ ਹੁੰਦਾ ਹੈ, ਉਦੋਂ ਐਸੀ ਮਨੁੱਖ ਦੀ ਹਾਲਤ ਹੁੰਦੀ, ਕਿੱਡਾ ਅਧੋਗਤੀ ਨੂੰ ਮਰਿਆ। ਜੇ ਕਿਤੇ ਮਹਾਰਾਜ ਦੇ ਘਰ ਨਾਲ ਮੱਥਾ ਨਾ ਲਾਉਂਦਾ, ਇਹਦੇ ਮਰੇ ਤੇ ਖਾਲਸਾ ਜੀ ਕਿੱਥੇ ਚੰਦਨ ਦੀਆਂ ਚਿਖਾ ਚਿਣੀਆਂ ਜਾਣੀਆਂ ਸੀ। ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਮਰਿਆ ਚੰਦੂ ਹੋਣਾ ਸੀ, ਤੇ ਸਭ ਪਾਸੇ ਦੀ ਜੈ ਜੈਕਾਰ ਹੋਣੀ ਸੀ। ਧੋਬੀ ਕੋ ਕੁਤਰੋ ਨਾ ਘਰ ਕੋ ਨਾ ਘਾਟ ਕੋ, ਐਸੀ ਇਸ ਚੰਦੂ ਦੀ ਹਾਲਤ ਹੋਈ। ਕਾਰਨ ਇੱਕੋ ਹੀ ਹੈ, ਜਦੋਂ ਖਾਲਸਾ ਜੀ ਕੋ ਗੁਰੂ ਘਰ ਨਾਲ ਮੱਥਾ ਲਾਉਂਦਾ ਨਾ ਹੰਕਾਰ ਦਾ ਮਾਰਿਆ, ਉਸ ਵੇਲੇ ਫਿਰ ਉਹਦੀ ਆਹ ਹਾਲਤ ਹੁੰਦੀ ਹੈ ਜਿਹੜੀ ਚੰਦੂ ਦੀ ਹੋਈ ਹੈ। ਗਰੀਬ ਨਵਾਜ ਸਤਿਗੁਰਾਂ ਦੇ ਦਰ ਕਰਦੀ ਸੋਭਾ ਸਿੱਖਿਆ ਹਿਰਦੇ ਵਿੱਚ ਵਸੇ। ਇੱਥੇ ਪ੍ਰਸੰਗ ਸਮਾਪਤ ਹੈ। ਅੱਗੇ ਬਾਦਸ਼ਾਹ ਜਹਾਂਗੀਰ ਜਿਹੜਾ ਹੈ, ਉਹ ਇੱਥੋਂ ਬਾਦਸ਼ਾਹ ਜਹਾਂਗੀਰ ਕਸ਼ਮੀਰ ਨੂੰ ਚੜ੍ਹ ਗਿਆ, ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਚੰਦੂ ਦੇ ਪੁੱਤ ਦਾ ਆਉਣਾ, ਤੇ ਨਾਲ ਮਿਹਰਵਾਨ ਜਿਹੜਾ ਹੈ ਉਸਨੇ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਜਾਂ ਕਹੋ ਚੰਦੂ ਸੁੱਤ ਤੇ ਮਿਹਰਵਾਨ ਮੇਲ, ਚੰਦੂ ਦੇ ਪੁੱਤਰ ਨੇ ਤੇ ਪ੍ਰਿਥੀ ਚੰਦ ਦੇ ਪੁੱਤ ਦੋਵਾਂ ਨੇ ਆਪਸ ਵਿੱਚ ਗੰਢ ਤੁੱਪ ਕਰ ਲਿਆ ਸੀ, ਇਕੱਠੇ ਹੋ ਬੈਠੇ ਸਨ ਦੋਵੇਂ ਜਣੇ। ਉਹ ਸਾਰਾ ਪ੍ਰਸੰਗ ਆਵੇਗਾ ਅੱਗੇ, ਜਿਵੇਂ ਮਿਹਰਵਾਨ ਨੇ ਜਿਹੜਾ ਮੇਲ ਮਿਲਾਪ ਕੀਤਾ ਚੰਦੂ ਦੇ ਪੁੱਤ, ਤੇ ਦੋਵਾਂ ਨੇ ਫਿਰ ਇਸ ਤਰ੍ਹਾਂ ਸਲਾਹ ਬਣਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਦੇ ਖਿਲਾਫ ਹੋਏ। ਉਹ ਪ੍ਰਸੰਗ ਆਉਣੇ ਆ, ਜਿਵੇਂ ਅੱਗੇ ਇਹ ਸਾਰਾ ਪ੍ਰਸੰਗ ਆਉਂਦਾ ਹੈ। ਨਿਤਾ ਪ੍ਰਤ ਹਾਜ਼ਰੀ ਭਰ ਕੇ ਸਮੇਂ ਤੇ ਜੀਵਨ ਨੂੰ ਸਫਲ ਬਣਾਓ ਜੀ। ਹੋਈਆਂ ਭੁੱਲਾਂ ਦੀ ਖਿਮਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਹੁਕਮ ਜਗਤ ਪਰ ਸਭ ਅਨੁਸਾਰੀ, ਧਨ ਕੀ ਕਮੀ ਨ ਸਦਨ ਮਝਾਰੀ। ਸਾਹੋ ਸਮੀਪ ਹਿਤੂ ਸਭ ਕੋਈ, ਗੁਰੂ ਕੋਪ ਤੇ ਅਸਗਤ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਘਨਾਸ। ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੈ ਸੰਤਹ ਕੈ ਸਦਾ ਸੰਗ, ਨਿਧਾਰਾ ਆਧਾਰ। ਹੈ ਠਾਕੁਰ ਹਉ ਦਾਸੁਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖਾਹੀਐ ਪਰੋਇ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਣਹੁ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।